ਪਿਆਰ ਸਤਿਕਾਰ ਦੇ ਨਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਪੰਨਾ ਨੰਬਰ 1 ਤੋਂ ਵਿਚਾਰ ਆਰੰਭ ਕੀਤੀ ਹੈ। ਪਹਿਲੇ ਦਿਨ ਆਪਾਂ ਇੰਟਰੋਡਕਸ਼ਨ, ਜਿਹਦੇ ਵਿੱਚ ਕੁਝ ਨੁਕਤੇ ਆਪਾਂ ਸਾਹਮਣੇ ਰੱਖੇ ਸੀ, ਜਿਨ੍ਹਾਂ ਨੂੰ ਆਪਾਂ ਵਿਚਾਰ ਅਧੀਨ ਲੈ ਕੇ ਆਵਾਂਗੇ। ਔਰ ਪਿਛਲੀ ਵਾਰੀ ਅਸੀਂ ਸ਼ੁਰੂਆਤ ਕੀਤੀ ਹੈ ਅਕਾਲ ਪੁਰਖ ਦੇ ਸਰੂਪ ਤੋਂ, ਅਕਾਲ ਪੁਰਖ ਦੇ ਲੱਛਣਾਂ ਤੋਂ, ਅਕਾਲ ਪੁਰਖ ਦੀਆਂ ਵਿਸ਼ੇਸ਼ਤਾਈਆਂ ਤੋਂ। ਇੱਕ ਓ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹਦੇ ਵਿੱਚ ਕਿਉਂਕਿ ਮੈਂ ਪਹਿਲਾਂ ਬੇਨਤੀ ਕਰਦਿਆਂ ਕਿ ਸਾਡਾ ਜਿਹੜਾ ਸਦੀਆਂ ਤੋਂ ਚੱਲਿਆ ਆ ਰਿਹਾ ਸਿਸਟਮ, ਉਸ ਤੋਂ ਪਹਿਲਾਂ ਅਸੀਂ ਬੜਾ ਲੰਬਾ ਸਮਾਂ ਵਿਦਆਊਟ ਐਨੀ ਕਮਾਂਡ ਸਾਡੀ ਕੌਮ ਜਿਹੜੀ ਵਿਚਰੀ ਹੈ। ਕੋਈ ਲੀਡਰ ਨਹੀਂ ਸੀ, ਕੌਮ ਦੇ ਕੋਲ ਸਾਧਨ ਨਹੀਂ ਸੀ। ਬੜੇ ਔਖੇ ਸਮੇਂ ਤੋਂ ਕੌਮ, ਸਾਡੇ ਸਿੱਖ ਸਤਿਕਾਰਯੋਗ, ਜਿਨ੍ਹਾਂ ਨੇ ਸਾਰਾ ਕੁਝ ਗਵਾ ਦਿੱਤਾ, ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਨੇ ਜਿਉਂ ਦਾ ਤਿਉਂ, ਭਾਵੇਂ ਉਹ ਜੰਗਲਾਂ 'ਚ ਰਹੇ, ਭਾਵੇਂ ਉਹ ਲੁਕਦੇ ਛਿਪਦੇ ਰਹੇ, ਲੇਕਿਨ ਇਹ ਸਰੂਪ ਦੀ ਅਹਿਮੀਅਤ ਉਹਨਾਂ ਨੂੰ ਪਤਾ ਸੀ। ਉਹਨਾਂ ਨੇ ਇਹ ਬਹੁਤ ਸੰਭਾਲ ਕੇ ਰੱਖਿਆ। ਅਸੀਂ ਤਾਂ ਉਮਰ ਤੱਕ ਉਹਨਾਂ ਦੇ ਰਿਣੀ ਰਵਾਂਗੇ, ਆਪਣੇ ਪੁਰਖਿਆਂ ਦੇ, ਔਰ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਆਪਣਾ ਜੀਵਨ ਗੁਜ਼ਾਰਿਆ, ਲੇਕਿਨ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਉਹਨੂੰ ਇੰਨੀ ਅਹਿਮੀਅਤ ਦਿੱਤੀ। ਆਪ ਔਖੇ ਹੋ ਗਏ, ਆਪ ਛੱਤ ਤੋਂ ਬਿਨਾਂ ਰਹੇ, ਆਪ ਭੁੱਖੇ ਭਾਣੇ ਰਹੇ, ਜੰਗਲਾਂ ਦੇ ਵਿੱਚ ਰਹੇ, ਘਰਾਂ ਤੋਂ ਬਿਨਾਂ ਰਹੇ, ਪਰਿਵਾਰਾਂ ਤੋਂ ਬਿਨਾਂ ਰਹੇ, ਲੇਕਿਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਨੇ ਸੰਭਾਲ ਕੀਤੀ, ਜੀ ਜਾਨ ਤੋਂ ਵੱਧ ਸੰਭਾਲ ਕੀਤੀ। ਔਰ ਉਹਨਾਂ ਨੂੰ ਇਸ ਦੀ ਅਹਿਮੀਅਤ ਦਾ ਪਤਾ ਸੀ। ਪਿਛਲੀ ਵਾਰ ਆਪਾਂ ਇਸ ਸਰੂਪ ਦੇ ਬਾਰੇ ਚਰਚਾ ਕੀਤੀ ਸੀ, ਵਿਚਾਰ ਕੀਤੀ ਸੀ। ਇਹ ਕਹਿ ਦਿੰਦੇ ਅਕਾਲ ਪੁਰਖ ਇੱਕ ਹੈ। ਆਪਾਂ ਅੱਜ ਫੇਰ ਇਸ ਗੱਲ ਤੇ ਹੀ ਜ਼ੋਰ ਦੇਣਾ ਹੈ, ਕਿਉਂਕਿ ਬਿਲਕੁਲ ਆਪਾਂ ਤਸੱਲੀ ਕਰਕੇ ਆਪਣੀ ਅੱਗੇ ਜਾਣੀ, ਅੱਗੇ ਵਧਣਾ ਹੈ ਆਪਾਂ। ਔਰ ਜੇਕਰ ਕਿਸੇ ਦਾ ਭਰੋਸਾ, ਜੇਕਰ ਕਿਸੇ ਦਾ ਅਕੀਦਾ, ਜੇਕਰ ਕਿਸੇ ਦਾ ਗਿਆਨ, ਨੌਲੇਜ ਇਸ ਸਰੂਪ ਨੂੰ ਮੂਲ ਮੰਤਰ ਕਹਿਣ ਤੇ ਟਿਕਿਆ ਹੈ, ਇੱਕ ਓ ਨੂੰ, ਇੱਕ ਓਂਕਾਰ ਕਹਿਣ ਤੇ ਟਿਕਿਆ ਹੈ, ਉਹਨਾਂ ਨੂੰ ਮੁਬਾਰਕ ਹੈ। ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਬਿਲਕੁਲ ਉਹ ਇਸੇ ਤਰੀਕੇ ਦੇ ਨਾਲ ਇਹਨੂੰ ਪੜ੍ਹ ਸਕਦੇ ਨੇ, ਸਾਨੂੰ ਕੋਈ ਗਿਲਾ ਨਹੀਂ ਹੈ। ਲੇਕਿਨ ਜੋ ਅਕਾਲ ਪੁਰਖ ਨੇ ਇਹ ਗੁਰਬਾਣੀ ਨੂੰ ਵਾਚਣ ਤੋਂ ਬਾਅਦ, ਇਹ ਗੁਰਬਾਣੀ ਨੂੰ ਪੜ੍ਹਨ ਤੋਂ ਬਾਅਦ, ਇਹ ਗੁਰਬਾਣੀ ਨੂੰ ਘੋਖਣ ਤੋਂ ਬਾਅਦ ਬਖਸ਼ਿਸ਼ਾਂ ਕੀਤੀਆਂ ਨੇ, ਔਰ ਅੱਛੀਆਂ ਗੁਰਮੁਖ ਰੂਹਾਂ ਦੇ
ਮੇਲੇ ਸਤਿਗੁਰ ਨੇ ਬਖਸ਼ਿਸ਼ ਕਰਕੇ ਆਪ ਮਿਲਾਏ ਨੇ, ਸੋਹਣੇ ਪਰਿਵਾਰ ਬਖਸ਼ਿਸ਼ ਕੀਤੇ ਨੇ, ਸੋਹਣੀ ਸੰਗਤ ਬਖਸ਼ਿਸ਼ ਕੀਤੀ ਹੈ। ਅਸੀਂ ਉਹਨਾਂ ਦੇ ਸਦਾ ਵਾਸਤੇ ਰਿਣੀ ਰਹਾਂਗੇ। ਸੋ ਇਹਦਾ ਹਰ ਇੱਕ ਨੂੰ ਆਜ਼ਾਦੀ ਹੈ, ਲੇਕਿਨ ਸਾਡੇ ਕੋਲ ਕੋਈ ਠੋਸ ਪੁਆਇੰਟ, ਠੋਸ ਵਿਚਾਰ ਹੋਣਾ ਚਾਹੀਦਾ ਹੈ ਕਿ ਹਾਂਜੀ, ਇਹ ਗੱਲ ਇਸੇ ਤਰ੍ਹਾਂ ਹੀ ਹੈ, ਇਹ ਗੱਲ ਇਉਂ ਹੀ ਪੜ੍ਹਨੀ ਹੈ, ਇਹ ਗੱਲ ਇਉਂ ਹੀ ਕਰਨੀ ਹੈ। ਕਰਤਾ ਪੁਰਖ ਇੱਕ ਹੈ, ਅਕਾਲ ਪੁਰਖ ਇੱਕ ਹੈ, ਇਹ ਤੇ ਸਾਨੂੰ ਐਕਸਪਲੇਨੇਸ਼ਨ ਕਰ ਦਿੱਤੀ, ਲੇਕਿਨ ਉਹਦੀ ਐਕਸਪਲੇਨੇਸ਼ਨ ਕਿਸੇ ਨੇ ਨਹੀਂ ਕੀਤੀ। ਜਿੰਨੇ ਵੀ ਤੁਸੀਂ ਇਹ ਟੀਕੇ ਆਪਾਂ ਪੜ੍ਹ ਰਹੇ ਹਾਂ, ਸਕਰੀਨ ਤੇ ਵੀ ਦਰਸ਼ਨ ਕਰ ਰਹੇ ਹਾਂ, ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ। ਅਕਾਲ ਪੁਰਖ ਇੱਕ ਹੈ, ਉਹ ਧੁਨ ਰੂਪ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਨੂੰ ਦੇਹ 'ਚ ਨਹੀਂ ਮੰਨਿਆ ਗਿਆ। ਜੇ ਦੇਹ 'ਚ ਮੰਨ ਲਾਂਗੇ ਤੇ ਕੱਚਾ ਹੋ ਜਾਏਗਾ, ਜੇ ਦੇਹ 'ਚ ਮੰਨ ਲਾਂਗੇ ਉਹ ਦੇਹ ਪੰਜਾਂ ਤੋਂ ਰਹਿਤ ਨਹੀਂ ਹੋਏਗੀ, ਪੰਜ ਚੋਰ ਉਹਨੂੰ ਪੈਣਗੇ, ਮਾਇਆ ਪਏਗੀ, ਵਿਚਾਰ ਪੈਣਗੇ। ਇਸ ਕਰਕੇ ਇਸ ਨੂੰ ਅਸੀਂ ਅਕਾਲ ਪੁਰਖ ਦਾ ਸਰੂਪ ਕਹਿੰਦੇ ਹਾਂ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਭ ਤੋਂ ਪਹਿਲਾਂ ਸਾਨੂੰ ਬਖਸ਼ਿਸ਼ ਕੀਤਾ ਗਿਆ। ਅਕਾਲ ਪੁਰਖ ਇੱਕ ਹੈ, ਉਹ ਧੁਨ ਰੂਪ ਹੈ। ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ, ਸ਼ਬਦ ਗੁਰੂ ਸੁਰ ਤੇ ਧੁਨ ਚੇਲਾ। ਔਰ ਉਸ ਧੁਨ ਨੂੰ ਸੁਰਤ ਫੜੇਗੀ, ਬੁੱਧੀ ਸਮਝੇਗੀ, ਦੇਹ ਉਸ ਧੁਨ ਨੂੰ ਨਹੀਂ ਫੜ ਸਕਦੀ। ਹਾਂ, ਇਹ ਦੇਹ ਸਹਾਈ ਜ਼ਰੂਰ ਹੋ ਸਕਦੀ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣ। ਹੁਣ ਉਹ ਕਿਉਂ ਹੈ? ਉਹ ਕੀ ਹੈ? ਉਹ ਹੈ ਹੀ ਅਸੀਂ ਸ਼ਬਦ ਲਿਆ ਸੀ, ਧਨ ਧਨ ਉਹ ਰਾਮ ਬੇਨ ਬਾਜੈ। ਧਨ ਧਨ ਉਹ ਰਾਮ ਬੇਨ ਬਾਜੈ। ਮਧੁਰ ਮਧੁਰ ਧੁਨ ਅਨਹਤ ਗਾਜੈ। ਹੁਣ ਇਸ ਧਨ ਧਨ ਉਹ ਨੂੰ ਆਪਾਂ ਕਿਸ ਤਰ੍ਹਾਂ ਪੜਾਂਗੇ? ਧਨ ਧਨ ਓਂਕਾਰ, ਰਾਮ ਬੇਨ ਬਾਜੈ। ਬੇਨ ਦੇ ਨੰਨੇ ਨੂੰ ਔਂਕੜ ਹੈ, ਫਿਜ਼ੀਕਲੀ ਬੀਨ ਨਹੀਂ ਹੈ, ਆਤਮਕ ਬੀਨ ਹੈ। ਸਾਊਂਡ ਦੀ ਗੱਲ ਹੋ ਰਹੀ ਹੈ, ਔਰ ਉਹ ਸਾਊਂਡ ਸੁਰਤੀ ਹੀ ਫੜ ਸਕਦੀ ਹੈ। ਹੋ ਸਕਦਾ ਇੱਕ ਅਭਿਆਸੀ ਨੂੰ ਇੱਥੇ ਬੈਠਿਆਂ ਉਹ ਸਾਊਂਡ ਸੁਣ ਰਿਹਾ ਹੋਏ, ਲੇਕਿਨ ਦੂਸਰਾ ਜਿਹੜਾ ਨਾਲ ਸੱਜਣ ਬੈਠਾ ਉਹ ਉਸ ਧੁਨ ਦਾ ਆਨੰਦ ਨਹੀਂ ਲੈ ਸਕੇਗਾ ਜਾਂ ਨਹੀਂ ਲੈ ਸਕਦਾ ਹੋਏਗਾ। ਮਧੁਰ ਮਧੁਰ ਧੁਨ, ਇਹਦੀ ਸ਼ੁਰੂਆਤ ਬੜੇ ਸਹਿਜੇ, ਆਰਾਮ, ਪਿਆਰ, ਮਿਠਾਸ ਵਿੱਚ ਹੁੰਦੀ ਹੈ, ਲੇਕਿਨ ਇੱਕ ਐਸੀ ਅਵਸਥਾ ਆ ਜਾਂਦੀ ਹੈ ਕਿ ਉਹ ਧੁਨ ਫੇਰ ਗੱਜਣੀ ਸ਼ੁਰੂ ਹੋ ਜਾਂਦੀ ਹੈ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ। ਇਹੀ ਹੈ ਗਗਨ ਦਮਾਮਾ। ਸੋ ਅਸੀਂ ਕੋਸ਼ਿਸ਼ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਹਰ ਐਗਜ਼ਾਮਪਲ ਲੈ ਕੇ, ਹਰ ਪ੍ਰਮਾਣ ਲੈ ਕੇ, ਬਾਣੀ ਦੀ ਤੁਕ ਲੈ ਕੇ
ਸ਼ਬਦ ਨੂੰ ਖੋਲ੍ਹਣ ਦੀ। ਵੈਰੀ ਇੰਪੋਰਟੈਂਟ ਕਿ ਬਾਣੀ ਨੂੰ ਬਾਣੀ ਨਾਲ ਹੀ ਖੋਲ੍ਹੋ। ਮੈਂ ਫੇਰ ਦੁਹਰਾ ਦਿਆਂ, ਬੜੀ ਇੰਪੋਰਟੈਂਟ ਗੱਲ ਹੈ। ਬਾਣੀ ਨੂੰ ਬਾਣੀ ਨਾਲ ਹੀ ਅਸੀਂ ਖੋਲ੍ਹਣਾ ਹੈ। ਇਹ ਸ਼ਬਦ ਦੀ ਰਹਾਉ ਦੀ ਤੁਕ ਹੈ ਔਰ ਇਹ ਰਹਾਉ ਦੇ ਵਿੱਚ ਇੰਨੀ ਵੱਡੀ ਐਕਸਪਲੇਨੇਸ਼ਨ ਹੈ। ਅਸੀਂ ਇਹਦੇ ਉੱਤੇ ਅਗਾਂਹ ਜਾ ਕੇ ਵਿਚਾਰ ਕਰਾਂਗੇ, ਲੇਕਿਨ ਸਾਡਾ ਜਿਹੜਾ ਹੁਣ ਇਸ ਵੇਲੇ ਅਸੀਂ ਅਕਾਲ ਪੁਰਖ ਦੇ ਸਰੂਪ ਦੀ ਗੱਲ ਕਰ ਰਹੇ ਹਾਂ। ਧੰਨ ਧੰਨ ਓ ਰਾਮ ਬੇਨ ਵਾਜੈ, ਮਧੁਰ ਮਧੁਰ ਧੁਨ ਅਨਹਤ ਗਾਜੈ। ਅਨਹਤ ਕਦੇ ਖਤਮ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਸੱਤੇ ਲਫ਼ਜ਼ ਆਇਆ, ਤੱਤੇ ਨੂੰ ਸਿਹਾਰੀ। ਇਸੇ ਕਰਕੇ ਤੱਤੇ ਨੂੰ ਸਿਹਾਰੀ ਪਾਈ ਹੈ। ਸੱਤੇ ਨਾਮ। ਔਰ ਇਹ ਸ਼ੁਰੂਆਤ ਦੇ ਵਿੱਚ ਦੋ ਚੀਜ਼ਾਂ ਦੇਖੋ, ਦੋ ਚੀਜ਼ਾਂ ਅਸੀਂ ਇਹ ਜਿਹੜੀ ਪਹਿਲੀ ਚੀਜ਼ ਹੁਣ ਅਸੀਂ ਇੱਕ ਉਹ ਤੋਂ ਬਾਅਦ ਐਕਸਪਲੇਨ ਕਰਨੀ ਆਰੰਭ ਕਰਨ ਲੱਗੇ ਹਾਂ। ਇਹ ਚੀਜ਼ ਅਸੀਂ ਪਹਿਲਾਂ ਸੰਗਤਾਂ ਦੇ ਸਪੁਰਦ ਨਹੀਂ ਕੀਤੀ। ਇਹ ਚੀਜ਼ ਲੈ ਕੇ ਸੰਗਤਾਂ ਦੇ ਰੂਬਰੂ ਨਹੀਂ ਹੋਏ। ਅਸੀਂ 1.5 ਸਾਲ ਤੋਂ ਨਾਮ ਜਪਣ ਦੀ ਗੱਲ ਕਰਦੇ ਆ ਰਹੇ। ਇੱਕਾ ਦੁੱਕਾ ਵਾਰੀ ਇਹ ਗੱਲਾਂ ਹੋਈਆਂ ਨੇ ਕਿ ਨਾਮ ਇੱਕ ਅਵਸਥਾ ਵੀ ਹੈ, ਨਾਮ ਇੱਕ ਸਟੇਜ ਵੀ ਹੈ, ਨਾਮ ਇੱਕ ਸਟੇਟ ਆਫ ਮਾਈਂਡ ਵੀ ਹੈ। ਇਸੇ ਕਰਕੇ ਇਹਨੂੰ ਸੱਤੇ ਨਾਮ ਕਿਹਾ ਹੈ। ਔਰ ਐਸੀ ਅਵਸਥਾ ਹੈ ਜਿਹਦਾ ਕਦੇ ਨਾਸ ਨਹੀਂ ਹੁੰਦਾ, ਜਿਹੜਾ ਬਿਲਕੁਲ ਅਕਾਲ ਪੁਰਖ ਦਾ ਗੁਣ ਹੈ। ਔਰ ਮਨੁੱਖ ਸਿੱਖ ਬਣ ਕੇ ਨਾਮ ਜਪ ਕੇ ਅਭਿਆਸ ਕਰਕੇ ਇਸ ਅਵਸਥਾ ਤੱਕ ਪਹੁੰਚ ਸਕਦਾ ਹੈ। ਜਿਹੜਾ ਉਹ ਅਕਾਲ ਪੁਰਖ ਅਦ੍ਰਿਸ਼ਟ ਹੈ, ਜਿਹੜਾ ਉਹ ਅਗੋਚਰ ਹੈ। ਪਕੜਿਆ ਗੁਰ ਸ਼ਬਦੀ। ਅਦ੍ਰਿਸ਼ਟ, ਅਗੋਚਰ, ਪਕੜਿਆ ਗੁਰ ਸ਼ਬਦੀ। ਔਰ ਸ਼ਬਦ ਦੀ ਹਮੇਸ਼ਾ ਧੁਨ ਹੋਏਗੀ। ਸ਼ਬਦ ਦੀ ਪੂਜਾ ਨਹੀਂ ਕੀਤੀ ਜਾਏਗੀ। ਸ਼ਬਦ ਨੂੰ ਨਵਾਇਆ ਧੋਇਆ ਨਹੀਂ ਜਾਏਗਾ। ਸ਼ਬਦ ਦੀ ਆਰਤੀ ਨਹੀਂ ਕੀਤੀ ਜਾਏਗੀ। ਸ਼ਬਦ ਨੂੰ ਬੁੱਧੀ ਦੇ ਨਾਲ ਸਮਝ ਕੇ ਜਪਿਆ ਜਾਏਗਾ। ਗਿਆਨ ਬਹੁਤ ਜ਼ਰੂਰੀ ਹੈ। ਇਹ ਗਿਆਨ, ਇਹ ਗਿਆਨ ਦੀ ਪੂਜਾ ਨਹੀਂ ਕਰਨੀ ਅਸੀਂ, ਇਹ ਗਿਆਨ ਨੂੰ ਸਮਝਣਾ ਹੈ। ਇਹੀ ਗੁਰੂ ਦੇ ਗਿਆਨ ਦਾ ਸਭ ਤੋਂ ਵੱਡਾ ਸਤਿਕਾਰ ਹੈ। ਇਹੀ ਸਤਿਕਾਰ ਹੈ। ਉਹ ਇੱਕ ਐਗਜ਼ਾਮਪਲ, ਇੱਕ ਆਪਾਂ ਗੱਲ ਕਰਦੇ ਹਾਂ। ਦੋ ਬੰਦੇ ਕਿਤੇ ਵੱਖਰੇ ਵੱਖਰੇ ਪਿੰਡਾਂ ਦੇ ਮਿਲੇ। ਇੱਕ ਬੰਦਾ ਕਹਿੰਦਾ ਵੀ ਤੇਰਾ ਨਾਂ ਕੀ ਆ? ਉਹ ਕਹਿੰਦਾ ਵੀ ਮੇਰਾ ਨਾਂ ਦਿਆਲ ਸਿੰਘ ਆ। ਤੇਰਾ ਪਿੰਡ ਕਿਹੜਾ? ਵੀ ਮੇਰਾ ਨਾਂ ਹੈਗਾ ਕਰਤਾਰ, ਪਿੰਡ ਹੈਗਾ ਮੇਰਾ ਕਰਤਾਰ। ਅੱਛਾ, ਤੁਹਾਡੀ ਪੱਤੀ ਕਿਹੜੀ ਆ? ਪੱਤੀ ਸਾਡੀ ਹੈਗੀ ਆ ਵੀ ਗੋਦੀ ਕੀ। ਫੋਰ ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰਦੇ ਹਾਂ। ਅੱਛਾ, ਉਹ ਇੰਟਰੋਡਕਸ਼ਨ ਲੈ ਲਈ। ਅਗਲੇ ਹਫ਼ਤੇ ਉਹ ਬੰਦਾ ਫੇਰ ਮਿਲ ਪਿਆ। ਉਹਨੂੰ ਫੇਰ ਪੁੱਛਿਆ ਵੀ ਤੇਰਾ ਨਾਂ ਕੀ? ਤੇਰਾ ਪਿੰਡ ਕਿਹੜਾ? ਤੇਰੀ ਪੱਤੀ ਕਿਹੜੀ? ਤੇਰੇ ਪਿਓ ਦਾ ਨਾਂ ਕੀ ਹੈ? ਉਸ ਤੋਂ ਅਗਲੇ ਹਫ਼ਤੇ ਉਹਨੂੰ ਬੰਦਾ ਫੇਰ ਮਿਲ ਪਿਆ, ਫੇਰ ਉਹੀ ਗੱਲ ਪੁੱਛੇ। ਉਹ ਜਦੋਂ ਉਹਨੇ ਤੀਜੀ ਚੌਥੀ ਵਾਰੀ ਗੱਲ ਪੁੱਛੀ, ਉਹਨੇ ਫਿਰ ਜੁੱਤੀ ਲਾ ਲਈ। ਕਹਿੰਦਾ ਉਹ ਤੇਰਾ ਦਿਮਾਗ ਖਰਾਬ ਆ। ਤੂੰ ਜਦੋਂ ਮੈਨੂੰ ਮਿਲਦਾ ਉਦੋਂ ਮੈਨੂੰ ਇਹੀ ਪੁੱਛਦਾ ਵੀ ਤੇਰਾ ਨਾਂ ਕੀ ਆ? ਤੇਰੇ ਪਿਓ ਦਾ ਨਾਂ ਕੀ ਆ? ਤੇਰੀ ਪੱਤੀ ਕਿਹੜੀ ਆ? ਤੇਰਾ ਪਿੰਡ ਕਿਹੜਾ ਆ? ਜੁੱਤੀ ਲਾ ਲਈ ਉਹਨੇ। ਅੱਛਾ, ਹੁਣ ਅਸੀਂ ਕੀ ਕੰਮ ਕਰਨਾ? ਅਸੀਂ ਇੰਟਰੋਡਕਸ਼ਨ ਅਕਾਲ ਪੁਰਖ ਨਾਲ ਬਾਣੀ ਦੇ ਥਰੂ ਹੋ ਕੇ ਲੈਣੀ ਹੈ। ਇੱਕ ਵਾਰ ਦੱਸ ਰਿਹਾ ਅਕਾਲ ਪੁਰਖ ਕਿ ਮੇਰਾ ਸਰੂਪ ਕਿੱਦਾਂ ਦਾ। ਉਹ ਕਹਿੰਦਾ ਕਿ ਮੈਂ ਇੱਕੋ ਹਾਂ, ਮੇਰੀ ਕੋਈ ਦੇਹ ਨਹੀਂ ਹੈ, ਮੈਂ ਧੁਨ ਰੂਪ ਹਾਂ, ਮੈਂ ਸਦਾ ਸਦਾ ਵਾਸਤੇ ਕਾਇਮ ਹਾਂ।
ਮੈਂ ਭੌਂਦਾ ਨਹੀਂ ਆ ਮਾਇਆ ਦੇ ਵਿੱਚ, ਮੈਂ ਭੁਵੰਟਣੀਆਂ ਨਹੀਂ ਖਾਂਦਾ। ਮੈਨੂੰ 5 ਵੈਰੀ ਨਹੀਂ ਪੈ ਸਕਦੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੇਰਾ ਕੱਖ ਨਹੀਂ ਵਿਗਾੜ ਸਕਦੇ, ਮੈਨੂੰ ਪੈ ਹੀ ਨਹੀਂ ਸਕਦੇ। ਜੋ ਮੇਰੀ ਬਣਤਰ ਹੈ, ਜੋ ਮੇਰੀ ਮੂਰਤ ਹੈ, ਗੁਰਮੂਰਤ, ਗੁਰ ਸ਼ਬਦ ਹੈ, ਉਸ ਮੂਰਤ ਨੂੰ ਕਾਲ ਨਹੀਂ ਖਾ ਸਕਦਾ। ਮੈਨੂੰ ਦੇਹ ਦੀ ਲੋੜ ਨਹੀਂ, ਇਸ ਕਰਕੇ ਮੈਂ ਜੂਨਾਂ 'ਚ ਨਹੀਂ ਆਉਂਦਾ। ਮੈਂ ਆਪਣੇ ਆਪ ਤੋਂ ਉਪਜਿਆ ਹਾਂ, ਸੈਭੰ, ਆਪਣੇ ਆਪ ਤੋਂ ਉਪਜਿਆ। ਉਹ ਕਹਿੰਦੇ ਤੁਸੀਂ ਵੀ ਏਦਾਂ ਦੇ ਬਣਨਾ? ਗੁਰ ਪ੍ਰਸਾਦ ਏ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਪ੍ਰਸਾਦ ਦੇ ਦੁਆਰਾ ਤੁਸੀਂ ਵੀ ਆਹ ਗੁਣ ਹਾਸਲ ਕਰ ਸਕਦੇ ਜੇ। ਹੁਣ ਆਪਾਂ ਰੋਜ਼ ਹੀ ਇਹ ਲੈ ਕੇ ਬਹਿ ਜਾਈਏ ਵੀ ਕਿੱਦਾਂ ਦਾ ਅਕਾਲ ਪੁਰਖ ਇੱਕ ਹੈ, ਰੋਜ਼ ਉਹ ਕੀ ਸਾਨੂੰ ਸਿਆਣੂਗਾ ਅਗਲਾ, ਸਾਡੀ ਕੀ ਇੱਜ਼ਤ ਕਰੂਗਾ? ਜਿਹਨੇ ਐਡੀ ਅਸੀਮ ਸ਼ਕਤੀ ਨੇ ਸਾਨੂੰ ਸਾਡੇ ਘਰ ਆ ਕੇ ਮਿਲਣਾ, ਜਿਹਨੂੰ ਕਿਤੇ ਮਿਲਣ ਜਾਣ ਦੀ ਲੋੜ ਨਹੀਂ, ਲੱਭਣ ਦੀ ਲੋੜ ਨਹੀਂ ਹੈ, ਸਾਰੀ ਬਾਣੀ ਭਰੀ ਪਈ ਹੈ ਐਗਜ਼ਾਮਪਲਸ ਦੇ ਨਾਲ, ਸ਼ਬਦਾਂ ਦੇ ਨਾਲ। ਕਿੱਦਾਂ ਚੱਲੂ ਕੰਮ? ਪਿਛਲੀ ਵਾਰੀ ਅਸੀਂ ਇਹ ਚੰਗੀ ਤਰ੍ਹਾਂ ਗੁਰਪ੍ਰਸਾਦ ਤੱਕ ਨਖੇੜ ਕੇ ਆਏ ਸੀ। ਹੁਣ ਸਵਾਲ ਆਇਆ ਸੀ ਕਿ ਇਹ ਮੂਲ ਮੰਤਰ ਕਿਵੇਂ ਹੈ? ਮੂਲ ਮੰਤਰ ਕਿਹਨੇ ਇਹਨੂੰ ਕਿਹਾ? ਕਿੱਥੇ ਲਿਖਿਆ ਵੀ ਇਹ ਮੂਲ ਮੰਤਰ ਹੈ? ਅਸੀਂ ਇਹਦੇ ਪਾਠ ਕਰਨੇ ਆ, 108 ਪਾਠ, 108 ਮਾਲਾ ਫੇਰਨੀ ਹੈ। ਕਿੱਥੇ ਲਿਖਿਆ? ਜੋ ਵੀ ਪ੍ਰਚਲਿਤ ਹੈ, ਚਿੰਨ, ਵੇਸ, ਮਾਲਾ, ਯਾਤਰਾ, ਤੀਰਥ, ਜੋ ਵੀ ਪ੍ਰਚਲਿਤ ਹੈ, ਬਾਣੀ ਦੇ ਵਿੱਚ ਇਹਨਾਂ ਨੂੰ ਭੰਨਿਆ ਪਿਆ ਹੈ। ਪੜ੍ਹ ਕੇ ਦੇਖ ਲਓ, ਖੋਜ ਕਰੋ ਆਪ। ਇੱਕ ਦਿਨ ਦੇ ਵਿੱਚ ਹਰ ਚੀਜ਼ ਸੰਭਵ ਨਹੀਂ ਹੈ ਕਿ ਹਰ ਚੀਜ਼ ਦਾ ਆਪਾਂ ਜ਼ਿਕਰ ਕਰੀਏ। ਸ਼ਬਦ ਪੜ੍ਹੋ, ਲਿਆਓ, ਜਿੰਨੀਆਂ ਗੱਲਾਂ ਮੈਂ ਕੀਤੀਆਂ ਨੇ ਉਹਨਾਂ ਨੂੰ ਘੋਖੋ, ਕੱਢੋ। ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਿਆ ਤਤ ਗਿਆਨ। ਇਸੇ ਤਰ੍ਹਾਂ ਹੀ ਜਿੰਨੇ ਲਫ਼ਜ਼ ਨੇ, ਚਿੰਨ, ਵੇਸ, ਚਤਰਾਈਆਂ, ਡਰੈਸਾਂ, ਜਿੰਨੇ ਵੀ ਲਫ਼ਜ਼ ਸਿੱਖੀ ਦੇ ਨਾਲ ਜੋੜੇ ਗਏ ਨੇ, ਬਾਣਾ, ਜਿੰਨੇ ਵੀ ਲਫ਼ਜ਼ ਜੋੜੇ ਗਏ ਨੇ, ਉਹਨਾਂ ਨੂੰ ਬਾਣੀ ਚੋਂ ਘੋਖੋ ਵੀ ਇਹ ਆਏ ਕਿੱਥੋਂ ਆ। ਅਸੀਂ ਬਹੁਤ ਚਿਰ ਵਿਦਆਊਟ ਐਨੀ ਕਮਾਂਡ, ਵਿਦਆਊਟ ਐਨੀ ਲੀਡਰ, ਵਿਦਆਊਟ ਐਨੀ ਪਲੇਸ, ਵਿਦਆਊਟ ਐਨੀ ਜਿਹੜਾ ਕਮਿਊਨਲ ਪਲੇਟਫਾਰਮ ਦੇ ਬਿਨਾਂ ਰਹੇ ਆ, ਪਰ ਉਹ ਸਾਡੇ ਪੁਰਖਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਭਾਲ ਕੀਤੀ ਆ। ਅਸੀਂ ਸਦਾ ਸਦਾ ਵਾਸਤੇ ਰਹਿਣੀ ਆ, ਭਾਵੇਂ ਉਹਨਾਂ ਨੇ ਆਪਣਾ ਸਾਰਾ ਕੁਝ ਦਾਅ ਤੇ ਲਾਤਾ, ਧੀਆਂ ਪੁੱਤਰ ਤੱਕ, ਆਪਣੇ ਘਰ ਬਾਹਰ, ਜ਼ਮੀਨਾਂ, ਪ੍ਰਾਪਰਟੀ, ਸਾਰਾ ਕੁਝ ਦਾਅ ਤੇ ਲੱਗ ਗਿਆ ਉਹਨਾਂ ਦਾ, ਸਾਰਾ ਕੁਝ ਉਹਨਾਂ ਤੋਂ ਸਮੇਂ ਦੀ ਹਕੂਮਤ ਨੇ ਖੋਹ ਲਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਉਹਨਾਂ ਨੇ ਜੀ ਜਾਨ ਤੋਂ ਵੱਧ ਕੀਤੀ। ਕਾਹਦੇ ਲਈ ਕੀਤੀ? ਕਾਹਦੇ ਲਈ ਕੀਤੀ ਵੀ ਉਹਨਾਂ ਨੇ? ਕੀ ਕਦਰ ਜਾਣੀ? ਕਾਹਦੇ ਲਈ ਕੀਤੀ ਉਹਨਾਂ ਨੇ ਵੀ ਅਸੀਂ ਇਹਨੂੰ ਢੱਕ ਕੇ, ਮੋਟੇ-ਮੋਟੇ ਰੁਮਾਲੇ ਲਾ ਕੇ, ਉੱਤੇ ਮਹਿੰਗੀਆਂ ਕਢਾਈਆਂ ਕਰਕੇ ਇਹਨੂੰ ਢੱਕ ਕੇ ਰੱਖ ਛੱਡੀਏ? ਮੈਨੂੰ ਕਈ ਵਾਰੀ ਕਹਿੰਦੇ ਭਾਜੀ ਏਦਾਂ ਨਾ ਕਿਆ ਕਰੋ। ਮੈਂ ਕਿਹਾ ਮੈਂ ਕਿਉਂ ਨਾ ਕਵਾਂ? ਤਿਸ ਗੁਰ ਕੋ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧ ਮੁਖੇ ਸਤ ਕਰ ਸੰਚੋ। ਗੁਰਬਾਣੀ ਦੀਆਂ ਤੁਕਾਂ ਨੇ। ਤਿਸ ਗੁਰ ਕੋ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧ ਸਤ ਕਰ ਮੁਖ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੈ। ਜੇ ਗੁਰੂ ਨੂੰ
ਭੋਜਨ ਚੜਾਉਣੇ ਹੈ। ਛਾਦਨ ਭੋਜਨ, ਛਾਦਨ ਭੋਜਨ, ਦੇਖੋ ਲਫ਼ਜ਼ਾਂ ਦਾ ਕਮਾਲ ਦੇਖੋ। ਔਰ ਜਦੋਂ ਇਹ ਚੀਜ਼ਾਂ ਪਤਾ ਲੱਗੀਆਂ, ਅਜਿਹੇ ਗੁਰੂ ਅੱਗੇ ਕਈ ਕਿਸਮਾਂ ਦੇ ਕੱਪੜੇ, ਖਾਣੇ ਨਾ। ਛਾਦਨ ਭੋਜਨ ਹੈ, ਭੋਜਨ ਹੁੰਦੇ ਨੇ ਸੋਲਿਡ, ਛਾਦਨ ਹੁੰਦੇ ਨੇ ਲਿਕੁਇਡਸ, ਲੱਸੀਆਂ, ਦੁੱਧ। ਭੋਜਨ ਸੋਲਿਡ, ਰੋਟੀਆਂ, ਸਬਜ਼ੀ। ਉਸ ਸਮੇਂ ਦੀ ਗੱਲ ਕੀਤੀ ਗਈ ਹੈ। ਪਾਟ ਪਟੰਬਰ, ਰੇਸ਼ਮੀ ਕੱਪੜੇ, ਰੁਮਾਲੇ, ਇਹ ਜੇ ਗੁਰੂ ਨੂੰ ਚੜਾਉਣੇ ਨੇ ਤੇ ਕੀ ਕਰੋ? ਬਹੁ-ਬਿਧ ਸੱਤ ਕਰ ਮੁਖੇ ਸੰਚੋ, ਰਸਨਾ ਦੇ ਨਾਲ, ਮੂੰਹ ਦੇ ਨਾਲ ਨਾਮ ਜਪ ਕੇ ਉਹਨੂੰ ਜਮਾ ਕਰੋ, ਜੋੜੋ। ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਫਿਰ ਕੀ ਹੋਏਗਾ? ਤਿਸ ਪੁੰਨ ਕੀ ਫਿਰ ਤੋਟ ਨਾ ਆਵੇ। ਉਹ ਪੁੰਨ ਫਿਰ ਕਦੇ ਨਹੀਂ ਘਟੇਗਾ। ਇਸੇ ਕਰਕੇ ਮੈਂ ਬੇਨਤੀ ਕਰਦਾ ਆ ਰਿਹਾ, ਅਸੀਂ ਵੀ ਇਹ ਚੀਜ਼ਾਂ 'ਚ ਪਏ ਰਹੇ ਹਾਂ, ਰੁਮਾਲੇ ਚੜਾਉਂਦੇ ਰਹੇ ਹਾਂ, ਸਾਰਾ ਕੁਛ ਏਦਾਂ ਹੀ ਕਰਦੇ ਰਹੇ ਜਿੱਦਾਂ ਕੁਛ ਹੋ ਰਿਹਾ। ਲੇਕਿਨ ਇਹ ਇੱਕ ਸਮਾਂ ਐਸਾ ਆ ਗਿਆ ਵੀ ਅਕਾਲ ਨੇ ਬਖਸ਼ਿਸ਼ ਕੀਤੀ। ਦਿਮਾਗ 'ਚ ਆਇਆ ਬਈ ਇਹ ਗੁਰਬਾਣੀ ਕਿਉਂ ਨਾ ਘੋਖੀ ਜਾਏ, ਵਿਹਲੇ ਹੀ ਹਾਂ, ਸਮਾਂ ਕੱਢਿਆ ਜਾਏ 1-1, 2-2 ਘੰਟੇ, ਜਿਹੜਾ ਅਸੀਂ ਰੋਜ਼ ਇੱਕੋ ਬਾਣੀ ਰਿਪੀਟ ਕਰਦੇ ਹਾਂ। ਇੰਟਰੋਡਕਸ਼ਨ ਇੱਕੋ ਵਾਰੀ ਲਈ ਜਾ ਰਹੇ ਹਾਂ। ਇੱਕ ਬੰਦੇ ਨੂੰ ਪੁੱਛੀ ਜਾ ਰਹੇ ਵੀ ਤੇਰਾ ਨਾਂ ਕੀ ਆ, ਤੇਰਾ ਕਿਹੜਾ ਪਿੰਡ ਆ, ਤੇਰੀ ਪੱਤੀ ਕਿਹੜੀ ਆ, ਤੇਰਾ ਜ਼ਿਲ੍ਹਾ ਕਿਹੜਾ। ਉਹ ਤੀਜੇ ਦਿਨ ਫਿਰ ਜੁੱਤੀਆਂ ਹੀ ਮਾਰੂ ਸਾਡੇ। ਉਹਨੂੰ ਹੋਰ ਜਾਣਨ ਦੀ ਕੋਸ਼ਿਸ਼ ਕਰੋ। ਉਹਨੇ ਇੰਟਰੋਡਕਸ਼ਨ ਦੇਤੀ ਆ ਆਪਣੀ। ਜੇ ਕੋਈ ਉਹਦੇ ਨਾਲ ਤਾਲੁਕ ਰੱਖਣਾ, ਉਹਨੂੰ ਹੋਰ ਘੋਖੋ ਵੀ ਉਹਦੀਆਂ ਵਿਸ਼ੇਸ਼ਤਾਈਆਂ ਕਿਸ ਤਰ੍ਹਾਂ ਦੀਆਂ ਨੇ। ਹੁਣ ਆਹ ਸ਼ਬਦ ਹੈ, ਮੈਨੂੰ ਕਹਿੰਦੇ ਜੀ ਤੁਸੀਂ ਰੁਮਾਲਿਆਂ ਦੇ ਅਗੇਂਸਟ। ਮੈਂ ਕਿਸੇ ਚੀਜ਼ ਦੇ ਅਗੇਂਸਟ ਨਹੀਂ ਬੋਲਦਾ ਭਾਈ। ਆਹ ਬਾਣੀ ਚੋਂ ਚੀਜ਼ਾਂ ਪਤਾ ਲੱਗਦੀਆਂ, ਉਹ ਗੱਲਾਂ ਤੁਹਾਡੇ ਸਾਹਮਣੇ ਕੱਢ ਕੇ ਰੱਖੀ ਦੀਆਂ ਨੇ। ਬ੍ਰਹਮ ਬਿੰਦੇ ਸੋ ਸਤ ਗੁਰ ਕਹੀਐ, ਹਰ ਹਰ ਕਥਾ ਸੁਣਾਵੈ। ਤਿਸ ਗੁਰ ਕੋ ਛਾਦਨ ਭੋਜਨ ਪਾਟ ਪਟੰਬਰ ਬਹੁ-ਬਿਧ ਸਤ ਕਰ ਮੁਖੇ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੈ। ਅੱਗੇ ਹੋਰ ਪੜ੍ਹ ਲਓ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ। ਹੁਣ ਮੂਰਤ ਦਾ ਤੇ ਯਾਦ ਰੱਖ ਲਿਆ ਅਸੀਂ, ਪਰ ਹਰ ਲਫ਼ਜ਼ ਨੂੰ ਅਸੀਂ ਭੁੱਲ ਗਏ। ਹਰ ਲਫ਼ਜ਼ ਨੂੰ ਭੁੱਲ ਗਏ। ਇਹ ਹੈ ਧੁਨ ਰੂਪ, ਇਹ ਹੈ ਸ਼ਬਦ ਰੂਪ, ਜੋ ਅੰਮ੍ਰਿਤ ਬਚਨ ਸੁਣਾਵੈ। ਇਸੇ ਸ਼ਬਦ ਨੇ ਗਿਆਨ ਦਾ ਪ੍ਰਕਾਸ਼ ਕਰਨਾ। ਇਸੇ ਸ਼ਬਦ ਦੇ ਜ਼ਰੀਏ ਭਗਤੀ ਹੋਣੀ ਹੈ। ਇਸੇ ਸ਼ਬਦ ਦੇ ਜ਼ਰੀਏ ਅਕਾਲ ਦੀਆਂ ਜਿਹੜੀਆਂ ਵਿਸ਼ੇਸ਼ਤਾਈਆਂ ਨੇ, ਉਹ ਸਾਡੇ ਅੰਦਰ ਪ੍ਰਗਟ ਹੋਣੀਆਂ ਨੇ। ਤੇ ਅਸੀਂ ਉਸ ਵਿਸ਼ੇਸ਼ਤਾਈਆਂ ਨੂੰ ਬੋਲੀ ਜਾਂਦੇ ਹਾਂ 108 ਵਾਰੀ। 108 ਵਾਰੀ ਮਾਲਾ ਫੇਰੋ, 108 ਵਾਰੀ ਆ, 108 ਵਾਰੀ ਉਹ। ਕਿਹੜੇ ਪਾਸੇ ਲੱਗ ਗਏ ਅਸੀਂ? ਹੁਣ ਪਹਿਲਾਂ ਅਸੀਂ ਵਿਚਾਰ ਕਰਦੇ ਹਾਂ, ਇਹ ਮੂਲ ਮੰਤਰ ਹੈ ਜਾਂ ਇਹ ਮੂਲ ਮੰਤਰ ਨਹੀਂ? ਇਹ ਗੱਲਾਂ ਕਿੱਥੋਂ ਆਈਆਂ ਨੇ? ਇਹ ਗੱਲਾਂ ਸਨਾਤਨ ਚੋਂ ਆਈਆਂ ਨੇ, ਹਿੰਦੂਇਜ਼ਮ ਚੋਂ ਆਈਆਂ ਨੇ। ਉਹਨਾਂ ਦੇ ਹੁੰਦੇ ਸੀ ਗਾਇਤਰੀ ਮੰਤਰ, ਹਨੂਮਾਨ ਚਾਲੀਸਾ, ਪਤਾ ਨਹੀਂ ਕਿੰਨੇ ਕੁ ਉਹਨਾਂ ਦੇ ਵੇਦ, ਕਿੰਨੇ ਕੁ ਉਹਨਾਂ ਦਾ ਭਰਿਆ ਪਿਆ। ਔਰ ਉਹਦੇ ਚੋਂ ਮੰਤਰ ਪੜ੍ਹ ਕੇ ਦੁਨੀਆ ਨੂੰ ਉਹ ਮੰਤਰ ਸਮਝ ਤੱਕ ਨਹੀਂ ਸੀ ਆਉਂਦੇ। ਔਰ ਕੋਈ ਬ੍ਰਾਹਮਣ ਆਪ ਉਹਨਾਂ ਦੀ ਐਕਸਪਲੇਨੇਸ਼ਨ ਨਹੀਂ ਸੀ ਕਰ ਸਕਦਾ। ਉਹ ਸਿਰਫ ਪੜ੍ਹਨ ਤੇ ਜ਼ੋਰ ਸੀ। ਔਰ ਉਹੀ ਕੁਛ ਅਸੀਂ ਕਰ ਰਹੇ ਹਾਂ ਅੱਜ ਕੱਲ੍ਹ। ਇਹਨੂੰ ਮੰਤਰ ਕਹਿ ਕਿਹਨੇ ਦਿੱਤਾ? ਇਹ ਕਿਹਦੀ ਦੇਣ ਹੈ? ਇਹ ਦੇਣ ਹੋਰ ਕਿਤੋਂ ਨਹੀਂ ਹੈ।
ਹੋਰ ਕਿਤੇੋਂ ਨਹੀਂ ਹੈ ਦੇਣ ਇਹ ਸਿਰਫ ਸਾਡਾ ਜਿਹੜਾ ਜ਼ੋਰ, ਸਾਡਾ ਜਿਹੜਾ ਅਕੀਦਾ, ਸਾਡਾ ਜਿਹੜਾ ਭਰੋਸਾ ਉਹ ਅਕਾਲ ਪੁਰਖ ਤੇ ਨਾ ਹੋ ਕੇ, ਸਤਿਗੁਰ ਦੀ ਬਾਣੀ ਤੇ ਨਾ ਹੋ ਕੇ, ਸਾਖੀਆਂ ਤੇ ਹੋ ਗਿਆ, ਚਮਤਕਾਰਾਂ ਤੇ ਹੋ ਗਿਆ, ਕਵਿਤਾਵਾਂ ਤੇ ਹੋ ਗਿਆ, ਮੇਰੇ ਛੁਪੇ ਰਹਿਣ ਦੀ ਚਾਹ, ਮੁੜ ਕੇ ਫਿਰ ਗੱਜ ਵੱਜ ਕੇ ਸਟੇਜ ਤੇ ਵੀ ਚੜ੍ਹ ਜਾਣਾ ਮੈਡਲ ਲੈਣ ਨੂੰ, ਮੇਰੇ ਛੁਪੇ ਰਹਿਣ ਦੀ ਚਾਹ। ਉਹਨਾਂ ਚੀਜ਼ਾਂ ਤੇ ਇਹ ਸਾਡਾ ਅਕੀਦਾ ਆ ਗਿਆ ਜੀ, ਬਾਣੀ ਤੇ ਨਹੀਂ ਆਇਆ। ਮੈਂ ਸ਼ਬਦ ਕੱਢ ਕੇ ਲੈ ਕੇ ਆਉਣੇ ਨੇ। ਇਸ ਚੀਜ਼ ਨੂੰ ਜ਼ੋਰ ਦੇਣਾ ਪੈਣਾ ਸਾਨੂੰ। ਇਸ ਚੀਜ਼ ਦੇ ਉੱਤੇ ਸਮਾਂ ਲਾਉਣਾ ਪੈਣਾ। ਬਾਣੀ ਚੋਂ ਸ਼ਬਦ ਐਸੇ ਬਖਸ਼ਿਸ਼ ਕਰਦੇ ਨੇ, ਐਸੀ ਬਖਸ਼ਿਸ਼ ਕਰਦੀ ਹੈ, ਕਹਿੰਦੇ ਗੱਲ ਹੀ 10-12 ਦਿਨਾਂ ਦੀ ਹੈ। 10-12 ਦਿਨਾਂ ਦੇ ਵਿੱਚ ਜਿਹੜਾ ਤੇਰਾ ਮਨ ਹੈ, ਇਹ ਅਕਾਲ ਪੁਰਖ ਦੇ ਨਾਲ ਜੋੜਿਆ ਜਾ ਸਕਦਾ ਹੈ। ਪਰ ਮਿਹਨਤ ਤੈਨੂੰ ਕਰਨੀ ਪਏਗੀ। ਤੈਨੂੰ ਇੰਨਾ ਸਾਰਾ ਗਿਆਨ, ਇੰਨਾ ਵੱਡਾ ਅਦੁੱਤੀ ਗਿਆਨ ਗੁਰੂ ਸਾਹਿਬਾਨਾਂ ਨੇ ਖੋਲ ਕੇ ਰੱਖ ਦਿੱਤਾ, ਪਰ ਤੂੰ ਆਪ ਤੇ ਮਿਹਨਤ ਹੀ ਨਹੀਂ ਕਰਦਾ। ਕਿੱਦਾਂ ਗੱਲ ਬਣੇਗੀ? ਆਪ ਤੇ ਸਾਡੀ ਮਿਹਨਤ ਹੀ ਕੋਈ ਨਹੀਂ। ਅਸੀਂ ਕਹਿੰਦੇ ਹਾਂ ਬਸ ਸਾਨੂੰ ਕੀਤੀ ਕਰਾਈ ਚੀਜ਼ ਮਿਲ ਜਾਏ, ਸਾਨੂੰ ਆਹ ਮਿਲ ਜਾਏ, ਸਾਨੂੰ ਉਹ ਮਿਲ ਜਾਏ। ਕੋਈ ਵੱਡਾ ਬਹੁਤ ਫੇਮਸ ਬੰਦਾ ਕੋਈ ਗੱਲ ਕਹਿ ਜੇ, ਉਹ ਓਦਾਂ ਹੀ ਮੰਨ ਲਈ ਜਾਂਦੀ ਹੈ ਕਿ ਹਾਂਜੀ ਬਸ ਜੀ ਇਹ ਜਿੱਦਾਂ ਇਹਨੇ ਦੇਖਿਆ ਹੀ ਹੁੰਦਾ। ਉਹ ਮੈਂ ਗੱਲਾਂ ਕਰਨੀਆਂ ਨਹੀਂ ਚਾਹੁੰਦਾ, ਲੇਕਿਨ ਸਾਖੀਆਂ ਲਿਖਣ ਵਾਲਿਆਂ ਨੇ ਕਿੱਡੀ ਕਮਾਲ ਕੀਤੀ। ਦੇਖੋ ਮੰਜੀ ਤੇ ਬਾਬਾ ਬੈਠਾ ਸੀ, ਉਹਦੇ ਖੱਬੇ ਪਾਸੇ ਰਬਾਬ ਲੈ ਕੇ ਮਰਦਾਨਾ ਜੀ ਬੈਠੇ ਸੀ, ਸੱਜੇ ਪਾਸੇ ਬਾਲਾ ਜੀ ਬੈਠੇ ਸੀ। ਕੈਸੀਆਂ ਗੱਲਾਂ ਨੇ, ਕੈਸੀਆਂ ਗੱਲਾਂ ਨੇ ਵੀ ਕਿਹਨੇ ਦੇਖਿਆ। ਔਰ ਲਿਖ ਏਦਾਂ ਰਹੇ ਜਿੱਦਾਂ ਚਸ਼ਮਦੀਦ ਗਵਾਹ ਹੁੰਦੇ ਨੇ। ਸ਼ਬਦ ਅਸੀਂ ਕੱਢ ਕੇ ਲੈ ਕੇ ਆਵਾਂਗੇ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਬਾਣੀ ਰਾਹੀਂ ਹੀ ਘੋਖ ਸਕਦੇ ਹਾਂ। ਬਾਣੀ ਨੂੰ ਬਾਣੀ ਨਾਲ ਖੋਲ੍ਹਣਾ। ਕਰਕੇ ਦੇਖ ਲਓ। ਬਾਣੀ ਪੜ੍ਹਨ ਦੀ ਤੇ ਕੋਈ ਮਾੜੀ ਗੱਲ ਨਹੀਂ ਨਾ, ਪੜ੍ਹੋ। ਸਾਲ ਲਾਓ, 2 ਸਾਲ ਲਾਓ, ਪੜ੍ਹੋ। ਸਭ ਤੋਂ ਪਹਿਲਾ ਜਿਹੜਾ ਸਾਨੂੰ ਮੂਲ ਮੰਤਰ ਦੇ ਉੱਤੇ ਸ਼ਬਦ ਮਿਲਦਾ ਹੈ, ਉਹ ਹੈ ਪੋਥੀ ਪਰਮੇਸ਼ਰ ਕਾ ਥਾਨ, ਪੰਨਾ ਨੰਬਰ 3-4 ਸ਼ਬਦ ਸਾਨੂੰ ਇਹਦੇ ਤੇ ਮਿਲੇ ਨੇ, ਜਿਹੜੇ ਇਹਨੂੰ ਬਿਲਕੁਲ ਖੋਲ ਕੇ ਰੱਖਣਗੇ। ਪਹਿਲਾਂ ਆਪਾਂ ਗੱਲ ਮੰਤਰ ਦੀ ਕਰ ਲਈਏ। ਸੱਚ ਮੰਤਰ, ਉਹ ਗੱਲ ਵਿੱਚੇ ਰਹਿ ਗਈ ਸਾਡੀ। ਇਹ ਮੰਤਰ ਹਿੰਦੂਇਜ਼ਮ ਚ ਹੁੰਦੇ ਸੀ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੰਤਰ ਸ਼ਬਦ ਬਹੁਤ ਘੱਟ ਵਰਤਿਆ ਗੁਰੂ ਸਾਹਿਬਾਨਾਂ ਨੇ। ਮੰਤਰ ਲਫ਼ਜ਼ ਬਹੁਤ ਘੱਟ ਵਰਤਿਆ। ਗੁਰੂ ਸਾਹਿਬਾਨਾਂ ਨੇ ਵਰਤਿਆ ਨਾਮ, ਉਹਨਾਂ ਨੇ ਵਰਤਿਆ ਬਚਨ। ਗੁਰਮੰਤਰ ਸ਼ਬਦ ਬ੍ਰਹਮਣਵਾਦ ਦੇ ਸਨਾਤਨੀ ਕਾਲ ਦੇ ਵਿੱਚ ਇੰਨਾ ਬਦਨਾਮ ਹੋ ਚੁੱਕਾ ਸੀ, ਇੰਨਾ ਬਦਨਾਮ ਹੋ ਚੁੱਕਾ ਸੀ, ਲੋਕਾਂ ਨੂੰ ਇੰਨੇ ਭਰਮ ਭੁਲੇਖੇ ਪਾ ਦਿੱਤੇ ਗਏ ਸੀ ਕਿ ਲੋਕਾਂ ਦਾ ਭਰੋਸਾ ਹੀ ਉੱਠ ਗਿਆ ਸੀ। ਕੋਈ ਕਲਾ ਨਹੀਂ ਵਰਤ ਰਹੀ ਸੀ।
कोई कला नहीं सी। इसे करके मंत्र लफज गुरु ग्रंथ साहब च बहुत घट आया, वधेरे करके आया शब्द ददे नूं औंकड़, एक शब्द मेरे प्राण बसत है बहुत जन्म ना आवा, तेरा कवन गुरु जिसका तू चेला, शब्द गुरु सुर ते धुन चेला। हुण ਇੱਥੇ ਆਪਾਂ ਅੱਜ ਮੂਲ ਮੰਤਰ ਦੀ ਗੱਲ ਕਰਨੀ ਹੈ। ਔਖਦ ਮੰਤਰ ਮੂਲ ਮਨ ਇੱਕ ਹੈ, ਜੇਕਰ ਦ੍ਰਿੜ ਚਿੱਤ ਕੀਜੈ। ਇਹ ਪੰਨਾ ਨੰਬਰ 156 ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 156 ਤੇ ਸਾਨੂੰ ਸ਼ਬਦ ਮਿਲਦਾ। ਔਰ ਇਹ ਸ਼ਬਦ ਹੈ ਗੌੜੀ ਚੇਤੀ ਮਹੱਲਾ ਪਹਿਲਾ। ਮਹੱਲਾ ਪਹਿਲਾ ਧੰਨ ਗੁਰੂ ਨਾਨਕ ਪਾਤਸ਼ਾਹ। ਉਹ ਪਤਾ ਸੀ ਵੀ ਇਹ ਭੁਲੇਖੇ ਭਰਮ ਪੈ ਜਾਣੇ ਨੇ, ਇਸੇ ਕਰਕੇ ਉਹਨਾਂ ਨੇ ਕੋਈ ਚੀਜ਼ ਛੱਡੀ ਨਹੀਂ, ਕੋਈ ਟੌਪਿਕ ਛੱਡਿਆ ਨਹੀਂ, ਕੋਈ ਲਫ਼ਜ਼ ਛੱਡਿਆ ਨਹੀਂ ਜਿਹਦਾ ਜ਼ਿਕਰ ਉਹਨਾਂ ਨੇ ਨਹੀਂ ਕੀਤਾ ਗੁਰਬਾਣੀ 'ਚ। ਔਖਦ ਮੰਤਰ ਮੂਲ ਮਨ ਇੱਕ ਹੈ। ਮੂਲ ਕੀ ਹੁੰਦਾ? ਬੇਸਿਕ ਆਧਾਰ। ਜੇਕਰ ਦ੍ਰਿੜ ਚਿੱਤ ਕੀਜੈ ਰੇ, ਕੀ ਹੈ? ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ। ਇਹਦਾ ਰਹਾਓ ਵਾਚ ਲਓ ਪਹਿਲਾਂ। ਕਹਿੰਦੇ ਮਨ ਏਕੋ ਸਾਹਿਬ ਭਾਈ ਰੇ, तेरे तीन गुणा संसार समावै, अलख न लखना जाई रे। अपनी गल कर रहे पातशाह, अपनी गल कर रहे। कहते अंदर साहिब ही साहिब है, होर कुछ है ही नहीं है। लक्षण आ गए अकाल पुरख दे। सत्यनाम करता पुरख निरभव निर्वैर अकाल मूरत अजूनी सहभंग। गुर प्रसाद आए किदां? गुरु दी किरपा दे द्वारा, नाम दे द्वारा, शब्द दे द्वारा। मन एको, अंदर अकाल ही अकाल है, अंदर शब्द ही शब्द है, अंदर प्रकाश ही प्रकाश है। बाकी की देख रहे हैं? तेरे तीन गुणा संसार समावै। कहते सारा संसार तेरे तीन गुणा दे विच समाया पिया, रजो तमो सतो। या सिर्फ अपने आप दा फिक्र है, या अपने परिवार दा फिक्र है, या अपने आले दुआले कहते भी मैं भी रज गया, मेरा परिवार भी रज गया, हुण आपां झुग्गी वालिआं नूं रजा दईए। बस इत्थे तक ही सीमित कर लिया अपने आप, इत्थे तक ही सीमित कर लिया। ये चीज़ां सारे पटाके पैने ने अगे जाके, ये सानू हौसला करना पैना। रजो तमो सतो मैं पिछे एक्सप्लेन कर आया और अगे जाके इन्हां नू एक्सप्लेन होर करना। एक आप खाना, अपने वास्ते सारा कुछ जमा करना, एक अपने परिवार वास्ते करना, एक कहंदे भी आप भी रज गए, परिवार भी रज गया, ते हुण आ जिहड़े बाहर साडे आले दुआले झुग्गी वाले आ, इन्हां नू भुखे ना रहन दिओ, इन्हां नू रजाओ। महाराज कहंदे ये भी नीवां गुण है। एक चौथा गुण है तुरिया अवस्था। तुरिया अवस्था, ਉਹਦਾ ਤੁਰਿਆ ਗੁਣ ਮਿਲ ਸਾਧ ਪਛਾਣੈ। ਉਹ ਅਕਾਲ ਪੁਰਖ ਦੇ ਮਿਲਾਪ ਦੇ ਨਾਲ, ਜਿਵੇਂ ਬਾਬਾ ਨਾਨਕ ਇੱਥੇ ਕਰ ਰਿਹਾ ਕਿ ਇੱਕ ਸਾਹਿਬ ਹੀ ਸਾਹਿਬ ਅੰਦਰ ਹੈ, ਹੋਰ ਕੋਈ ਨਹੀਂ ਹੈ। ਬਾਕੀ ਸਾਰਾ ਸੰਸਾਰ ਤਿੰਨ ਗੁਣਾਂ 'ਚ ਲਿਬੜਿਆ ਪਿਆ, ਔਰ ਉਸ ਅਕਾਲ ਪੁਰਖ ਨੂੰ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੁੰਦਿਆਂ ਨਹੀਂ ਲਖਿਆ ਜਾ ਸਕਦਾ, नहीं समझा जा सकता। इन्हां तिन्नां तो उपर उठना पऊगा, और इहदी हेल्प करनी है ज्ञान ने, नॉलेज ने, पढ़ाई ने, जिहड़ी असीं दुनियावी तौर ते करदे आ रहे पहली जमात तो लैके 12वीं तक, फिर असीं डिग्रियां अगे करदे हां अपने अपने
शौक के हिसाब नाल, अपने अपने ऑब्जेक्टिव के हिसाब नाल जो बनना, किसी ने कोई पायलट बनता, कोई इंजीनियर, कोई डॉक्टर, कोई IT च जाता है, कोई आर्ट्स करता, कोई एडमिनिस्ट्रेटर बनता है, कोई पॉलिटिशियन बनता है। ये उहदा अपना वो पढ़ाई करके जाते, ज्ञान हासिल करके जाते। फिर सारा संसार हुण 3 गुणां च समाया पिया। की कोई राह है? की कोई रास्ता है उस संसार वास्ते भी ये तिन्नां गुणां तो उपर आवे ते चौथे पद दीयां अवस्था दे विच खेडे? चौथे पद की अवस्था नूं जाणे, चौथे पद की अवस्था नूं समझे। गौड़ी चेती महला पहला कहते हाँ एक राह है, औखद। औखद का मतलब हुंदा दवाई, मेडिसिन, मंत्र, मूल मन एक है जेकर दृढ़ चित कीजै रे। हाँ कहते एक ऐसा मंत्र है दवाई रूपी जिन्हों आपां दृढ़ करके चित कर सकते हाँ। चित चितना जिचर ए मन लहरी विच है, तिचर हौमै बहुत हंकार। मन मन दे विच लहरां उठणियां। इस तरह कह लो कि एक मन दे विच विचार आया और उस विचार दे जरिए साडे अखां दे अगे, मन दीयां अखां दे अगे एक पिक्चर बन जांदी है, उहनूं कह लो चित। सरवणी सुनी है, रसना गाई है, हिरदे ध्याई है सोई। इसे करके ये ज्ञान आया, इसे करके ये सब्जैक्ट छोया साडे गुरु साहिबाना ने। बई एक ते ज्ञान लेना पैना, समझना पैना, दूसरा मन नूं कंट्रोल करना पैना। ਇਹਦੇ ਚ ਵਿਚਾਰ ਨਹੀਂ ਆਉਣ ਦੇਣੇ। ਉਹ ਵਿਚਾਰ ਵਾਸਤੇ ਸਭ ਤੋਂ ਹੈਲਪਫੁਲ ਸਾਨੂੰ ਦਿੱਤਾ ਉਹਨਾਂ ਨੇ ਨਾਮ, ਜੇਕਰ ਦ੍ਰਿੜ ਚਿੱਤ ਕੀਜੈ ਰੇ। ਕੀ ਹੋਣਾ ਫਿਰ? ਜਨਮ ਜਨਮ ਕੇ ਪਾਪ ਕਰਮ ਕੇ ਲੈ ਤੇਰੀ ਐਨ ਸਫਾਈ ਹੋ। ਜਿਹੜਾ ਜਿਹੜਾ ਇਹ ਮਨ ਹੈ, ਜਿਹੜਾ ਸਦਾ ਸਦੀਆਂ ਤੋਂ ਜੂਨਾਂ ਚ ਆ ਕੇ ਪਾਪਾਂ ਦਾ ਭਾਰ, ਕਰਮਾਂ ਦਾ ਭਾਰ ਚੁੱਕੀ ਫਿਰਦਾ, ਕਹਿੰਦੇ ਉਹ ਸਾਰਾ ਭਾਰ ਤੈਨੂੰ ਲਾਉਣ ਵਾਸਤੇ, ਕੱਟਣ ਵਾਸਤੇ ਇਹ ਅਭਿਆਸ ਕਰਨਾ ਪੈਣਾ ਹੈ। ਉਹ ਅਭਿਆਸ ਕਾਹਦਾ ਹੈ? ਉਹ ਕੌਣ ਹੈ ਜਿਹਦਾ ਅਭਿਆਸ ਕਰਨਾ ਪੈਣਾ? ਉਹ ਕੌਣ ਹੈ ਜਿਹਨੂੰ ਜਾਣਨਾ ਪੈਣਾ? ਉਹ ਹੈ ਇੱਕ। ਉਹ ਮਨ ਏਕੋ ਸਾਹਿਬ ਭਾਈ ਰੇ, ਤੇਰੇ तीन गुणा संसार समावै, अलख ना लखना जाई। पर किथे 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 इदां हुंदा है? ਕਰੋੜਾਂ ਚੋਂ ਕੋਈ ਵਿਰਲਾ ਇੱਕ ਨਿੱਤਰ ਕੇ ਆਉਂਦਾ ਹੈ। ਵਿਰਲਾ ਇੱਕ ਨਿੱਤਰ ਕੇ ਆਉਂਦਾ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਸਾਰੇ ਅਕੀਦਿਆਂ ਦਾ ਸਤਿਕਾਰ ਕਰਦੇ ਹਾਂ, ਸਭ ਦੇ ਭਰੋਸੇ ਦਾ ਸਤਿਕਾਰ ਕਰਦੇ ਹਾਂ। ਜਿਵੇਂ ਜਿਵੇਂ ਕੋਈ ਲੱਗਾ ਮੁਬਾਰਕ ਹੈ, ਲੇਕਿਨ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦੀ। ਗੁਰਬਾਣੀ ਦੇ ਲੜ ਅਸੀਂ ਲੱਗੇ ਹਾਂ, ਸਾਨੂੰ ਸਾਡੇ ਸੰਜੋਗ ਬਣੇ ਨੇ, ਸਾਨੂੰ ਮਾਪਿਓ ਐਸੇ ਮਿਲੇ, ਸਾਨੂੰ ਸੰਗਤ ਐਸੀ ਮਿਲੀ। ਆਪਾਂ ਸਾਰੇ ਰਲ ਮਿਲ ਬੈਠ ਅੱਜ ਆਪੋ ਆਪਣੇ ਘਰਾਂ 'ਚ ਬੈਠੇ ਇਹ ਬਾਣੀ ਦਾ ਅਭਿਆਸ ਕਰ ਰਹੇ ਹਾਂ। ਪਰ ਕਿਤੇ ਕਿੱਥੇ ਇੰਨੀਆਂ ਕਰੋੜਾਂ, ਮਿਲੀਅਨ, ਬਿਲੀਅਨ ਚੋਂ ਕੋਈ ਕੋਈ ਇੱਕ ਅੱਧਾ ਨਿੱਤਰ ਕੇ ਸਾਹਮਣੇ ਆਊ। ਕਿਉਂਕਿ ਕਿਉਂਕਿ ਸ਼ੱਕਰ ਖੰਡ ਮਾਇਆ ਤਨ ਮਿੱਠੀਏ। ਮਾਇਆ ਦਾ ਕਰੈਕਟਰ ਹੀ ਐਸਾ, ਮਾਇਆ ਦੀ ਵਿਸ਼ੇਸ਼ਤਾ ਹੀ ਐਸੀ ਹੈ ਕਿ ਹਰ ਇੱਕ ਨੂੰ ਮਿੱਠੀ ਲੱਗਦੀ ਹੈ। ਹਮ ਤੋਂ ਪੰਡ ਉਚਾਈ ਲੈ, ਕਹਿੰਦੇ ਮੈਂ ਕਿਉਂ ਭਾਰ ਲਾਵਾਂ, ਮੈਂ ਕਿਉਂ ਭਾਰ ਲਾਵਾਂ ਇਹਦਾ। ਇਸ ਕਰਕੇ ਮੈਂ ਉਹ ਪੰਡ ਚੁੱਕ ਕੇ ਰੱਖਣੀ ਹੈ। ਪੰਡ ਪੁਰਾਣੀ ਪੰਜਾਬੀ ਬੋਲੀ ਦਾ ਲਫ਼ਜ਼ ਹੈ। ਤੂੜੀ ਦੀ ਪੰਡ ਬੰਨ ਕੇ ਲੈ ਕੇ ਆਉਣੀ ਡੰਗਰਾਂ ਵਾਸਤੇ, ਪੱਠਿਆਂ ਦੀ ਪੰਡ ਲੈ ਕੇ ਆਉਣੀ ਸਿਰ ਤੇ ਚੁੱਕ ਕੇ। ਕੈਸੇ ਲਫ਼ਜ਼ ਬਾਬੇ ਨਾਨਕ ਨੇ ਕੱਢ ਕੱਢ ਕੇ ਰੱਖੇ ਨੇ ਗੁਰਬਾਣੀ 'ਚ। ਸ਼ੱਕਰ ਖੰਡ ਮਾਇਆ ਤਨ ਮਿੱਠੀ, ਇੰਨੀ ਮਿੱਠੀ ਹੈ ਕਿ ਉਹਦਾ ਭਾਰ ਲਾਉਣ ਨੂੰ ਬੰਦਾ ਤਿਆਰ ਨਹੀਂ। ਰਾਤ ਹਨੇਰੀ ਸੁੱਝਸ ਨਾਹੀਂ, ਇੰਨਾ ਹਨੇਰਾ ਹੈ, ਐਡੀ ਬੁੱਧੀ ਤੇ ਪੜਦਾ ਪਿਆ ਹੋਇਆ ਹੈ ਕਿ ਕੁਛ ਸੁੱਝ ਹੀ ਨਹੀਂ ਰਿਹਾ। ਜਿੱਦਾਂ ਭੇਡ ਚਾਲ ਤੁਰੀ ਹੈ, ਉਹਦੇ ਪਿੱਛੇ ਹੀ ਲੱਗੇ ਤੁਰੇ ਆ। ਲੱਜ ਟੂਕਸ ਮੂਸਾ ਭਾਈ ਰੇ,
ਪਰ ਉਹ ਜਿਹੜੀ ਤੇਰੀ ਲੱਜ ਹੈ, ਜਿਹੜੀ ਤੇਰੀ ਉਮਰ ਹੈ, ਉਹਨੂੰ ਸਮੇਂ ਰੂਪੀ ਚੂਹਾ ਜਿਹੜਾ ਟੁੱਕੀ ਜਾ ਰਿਹਾ ਹੈ। ਡੂ ਨਾਟ ਵੇਸਟ ਯੂਰ ਟਾਈਮ, ਲੱਜ ਟੂਕਸ ਮੂਸਾ ਭਾਈ ਰੇ। ਉਹ ਸਮਝ। ਬਾਬਾ ਨਾਨਕ ਕਹਿੰਦਾ ਮੈਂ ਤੈਨੂੰ ਇੱਕ ਗੱਲ ਦੱਸਦਾ, ਮਨ ਇੱਕੋ ਸਾਹਿਬ ਭਾਈ ਰੇ। ਮੈਂ ਤੇ ਸਾਹਿਬ ਹੀ ਸਾਹਿਬ ਹੈ ਮੇਰੇ ਅੰਦਰ। ਫਿਰ ਬਾਬਾ ਨਾਨਕ ਭਰੋਸੇ ਨਾਲ ਕਹਿੰਦੇ ਤੇਰੇ 3 ਗੁਣਾ ਸੰਸਾਰ ਸਮਾਵੈ। ਕਹਿੰਦੇ ਕੋਈ ਨਹੀਂ ਆਇਆ ਇੱਥੋਂ ਤੱਕ ਅਜੇ, ਅਲਖ ਨਾ ਲਖਣਾ ਚਾਹੀਏ। ਫਿਰ ਕਹਿੰਦੇ ਹੋਰ ਅੱਗੇ ਆ ਜਾਓ, ਮਨਮੁਖ ਕਰੇ ਤੇਤਾ ਦੁੱਖ ਲੱਗੈ, ਗੁਰਮੁਖੇ ਮਿਲੈ ਵਡਾਈ ਰੇ। ਮਨ ਦੇ ਪਿੱਛੇ ਲੱਗ ਕੇ ਗਿਆਨ ਨੂੰ ਆਪਣੇ ਹਿਸਾਬ ਨਾਲ, ਆਪਣੇ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕਰਨਾ, ਮਾਰੇ ਜਾਵਾਂਗੇ, ਕੱਖ ਨਹੀਂ ਹਾਸਲ ਹੋਏਗਾ। ਹਾਂ, ਗੁਰੂ ਦੇ ਜ਼ਰੀਏ ਗੁਰਮੁਖ ਸਿਸਟਮ ਦੇ ਵਿੱਚ ਆ ਕੇ ਮਿਲੈ ਵਡਾਈ ਰੇ, ਸੋਭਾ ਮਿਲ ਜੇਗੀ। ਜੋ ਤਿਨ ਕੀਆ ਸੋਈ ਹੋਆ, ਕਿਰਤ ਨਾ ਮੇਟਿਆ ਜਾਈ ਰੇ। ਜੋ ਉਸ ਪ੍ਰਮਾਤਮਾ ਨੇ ਹੁਕਮ ਵਰਤਾ ਦਿੱਤਾ ਹੈ, ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਉਹ ਹੁਕਮ ਦੇ ਵਿੱਚ ਸਾਨੂੰ ਰਹਿਣਾ ਹੀ ਪਏਗਾ। ਹੁਕਮ ਇਹ ਨਹੀਂ ਹੈ ਵੀ ਅਸੀਂ ਪ੍ਰਮਾਤਮਾ ਤੋਂ ਵਿਛੜੇ ਹੀ ਰਹਿਣਾ ਹੈ। ਨਾ ਨਾ ਨਾ, ਇਹ ਹੁਕਮ ਨਹੀਂ ਹੈ। ਏਦਾਂ ਨਾ ਕਿ ਉਹ ਸੋਚਿਓ ਨਾ ਕਿ ਉਹਦਾ ਹੁਕਮ ਹੈ ਜੀ, ਹਾਂਜੀ, ਖੰਡੇ ਬਾਟੇ ਦੀ ਪੌਲ ਨਹੀਂ ਲਈ, ਉਹਦਾ ਹੁਕਮ ਹੈ, ਜਦੋਂ ਦੇਗਾ ਉਦੋਂ ਲੈ ਲਾਂਗੇ। ਕਦੋਂ ਲੈ ਲਾਂਗੇ? ਇਸੇ ਕਰਕੇ ਬਾਬਾ ਨਾਨਕ ਕਹਿੰਦਾ ਤੇਰੇ 3 ਗੁਣਾ ਸੰਸਾਰ ਸਮਾਵੈ। ਫਿਰ ਸੁਭਰ, ਇਹਨੂੰ ਸੋਬਰ ਨਹੀਂ ਪੜਨਾ, ਇਹਨੂੰ ਪੜਨਾ ਸੁਭਰ। ਨੱਕੋ ਨੱਕ ਭਰਿਆ ਜਿਹੜਾ ਗਲਾਸ ਹੋਵੇ, ਪਾਣੀ ਡੁੱਲਦਾ ਹੋਵੇ, ਉਹਨੂੰ ਕਹਿੰਦੇ ਸੁਭਰ, ਨੱਕੋ ਨੱਕ ਭਰਿਆ। ਇਹਨੂੰ ਪਾਠੀ ਸਿੰਘ ਸੁਭਰ ਪੜ੍ਹਦੇ ਨੇ। ਇਹ ਲਫ਼ਜ਼ ਹੈ ਸੋਭਰ, ਸੋਬਰ ਨਹੀਂ ਪੜਨਾ ਇਹਨੂੰ। ਸੁਭਰ ਭਰੇ ਨਾ ਹੋਵੇ ਊਣੇ, ਜੋ ਰਾਤੇ ਰੰਗ ਲਾਈ ਰੇ। ਜਿਹੜੇ ਉਹਦੇ ਪ੍ਰੇਮ ਦੇ ਵਿੱਚ, ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ ਡਟ ਕੇ ਸਾਰੀ ਜ਼ਿੰਦਗੀ, ਉਹਦੇ ਗੁਣਾਂ ਨੂੰ ਸਮਝਿਆ, ਗੁਣਾਂ ਤੱਕ ਪਹੁੰਚੇ ਨੇ। ਜੋ ਰਾਤੇ ਰੰਗ ਲਾਈ ਰੇ। ਬਾਬਾ ਨਾਨਕ ਹੱਥ ਖੜੇ ਕਰਕੇ ਸਰੈਂਡਰ ਕਰ ਦਿੰਦਾ ਐਸੇ ਸੱਜਣਾ ਦੇ ਅੱਗੇ। ਕਹਿੰਦੇ ਤਿੰਨ ਕੀ ਪੰਖ ਹੋਵੇ ਜੇ ਨਾਨਕ, ਤਿੰਨ ਕੀ ਪੰਖ। ਕੋਲੇ ਦੀ ਖਾਨ ਚ ਕੋਈ ਮਜ਼ਦੂਰ ਕੰਮ ਕਰਦਾ ਹੋਏ ਤੇ ਸਾਰੀ ਸਕਿਨ ਉਹਦੀ ਹੱਥਾਂ ਪੈਰਾਂ ਦੀ ਕਾਲੀ ਹੋ ਜਾਂਦੀ, ਮੈਲ ਜੰਮੀ ਹੁੰਦੀ। ਸ਼ਾਮ ਨੂੰ ਜਦੋਂ ਦਿਹਾੜੀ ਖਤਮ ਕਰਦਾ, ਬਾਬਾ ਨਾਨਕ ਕਹਿੰਦਾ ਤਿੰਨ ਕੀ ਪੰਖ ਹੋਵੇ ਜੀ ਨਾਨਕ, ਤੋ ਮੂੜਾ ਕਿਛ ਪਾਈ ਰੇ। ਇੱਥੋਂ ਤੱਕ ਗਰੀਬੀ ਅਵਸਥਾ ਚ ਆਉਣਾ ਪਊਗਾ, ਇੱਥੋਂ ਤੱਕ ਡਿੱਗਣਾ ਪਊਗਾ। ਸਿਰ ਧਰ ਤਲੀ ਗਲੀ ਮੇਰੀ ਆਓ। ਉਹ ਤਲੀ ਕਹਿ ਦਿੰਦੇ ਆ ਜੀ, ਸਿਰ ਵੱਢ ਕੇ ਹੱਥ ਤੇ ਰੱਖਿਆ। ਉਹ ਨਹੀਂ ਭਾਈ, ਉਹ ਤਲ ਹੈ, ਤਲ ਜ਼ਮੀਨ, ਜ਼ਮੀਨ ਤੇ ਸਿਰ ਧਰ ਤਲੀ। ਇੰਨਾ ਨੀਵਾਂ ਦਰਵਾਜ਼ਾ ਉਸ ਘਰ ਦਾ ਜ਼ਮੀਨ ਦੇ ਨਾਲ ਲੱਗਿਆ ਪਿਆ, ਉਹਨਾਂ ਨੀਵਾਂ ਹੋ ਕੇ ਤੈਨੂੰ ਉਸ ਦਰਵਾਜ਼ੇ ਥਾਣੀ ਲੰਘਣਾ ਪਊ। ਤੋ ਮੂੜਾ ਕਿਛ ਪਾਈ ਰੇ। ਸੋ ਇਹ ਮੂਲ ਮੰਤਰ ਦਾ ਜ਼ਿਕਰ ਇੱਥੇ ਬਾਬੇ ਨਾਨਕ ਨੇ ਸਾਨੂੰ ਦਿੱਤਾ। ਔਖਦ ਮੰਤਰ ਮੂਲ ਮਨ ਇੱਕ ਹੈ, ਜੇਕਰ ਦ੍ਰਿੜ ਚਿੱਤ ਕੀਜੈ ਰੇ। ਇਹਦੇ ਨਾਲ ਦੇ ਹੋਰ ਸ਼ਬਦ ਨੇ, ਔਖਦ ਨਾਮ ਅਪਾਰ ਅਮੋਲਕ ਪੀਜਈ, ਗੁਰੂ ਅਰਜਨ ਪਾਤਸ਼ਾਹ। ਇਹਨਾਂ ਦੀ ਖੋਜ ਤੁਸੀਂ ਆਪ ਕਰਨੀ ਹੈ। ਸੁਣ ਲਓ, ਨੋਟ ਕਰ ਲਓ, ਇਹਨਾਂ ਦੀ ਖੋਜ ਆਪ ਕਰਨੀ ਹੈ। ਔਖਦ ਮੰਤਰ ਤੰਤਰ ਪਰ ਦੁੱਖ ਹਰ ਸਰਬ ਰੋਗ ਖੰਡਨ ਗੁਣਕਾਰੀ, ਗੁਰੂ ਅਰਜਨ ਪਾਤਸ਼ਾਹ। ਮੰਤਰ ਦ੍ਰਿੜਾਏ ਹਰ ਔਖਦ, ਗੁਰ ਦਿਓ ਤੋ ਮਿਲਿਓ ਸਗਲ ਪਰਬੀਨਾ, ਗੁਰੂ ਅਰਜਨ ਪਾਤਸ਼ਾਹ। ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ, ਗੁਰੂ ਅਰਜਨ ਪਾਤਸ਼ਾਹ। ਸ਼ਬਦ ਬਹੁਤ ਕਾਮਨ ਹੈ, ਸਾਰਿਆਂ ਦੀ ਜ਼ਬਾਨੀ ਯਾਦ ਹੋਣਾ। ਤਾਤੀ ਵਾਵ ਨ ਲੱਗੀ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਹਮਾਰੇ ਰਾਮ ਕਾ।
दुख लगे ना भाई, सतगुर पूरा भेटिया, जिन बनत बनाई, राम नाम औखद दिया एका लिवलाई, राख लिए तिन रखन हार, सब ब्याध मिटाई, कहो नानक किरपा भई, आगे गुर प्रसाद दे पात्र बन गए, प्रभ भये सहाई। God help those who help themselves। ਆਪਣੀ ਮਦਦ ਅਸੀਂ ਐਜੂਕੇਸ਼ਨ ਦੇ ਨਾਲ ਕਰਨੀ ਹੈ, ਗਿਆਨ ਦੇ ਨਾਲ ਕਰਨੀ ਹੈ। ਗਿਆਨ ਹਾਸਲ ਕਰਨਾ ਬੜਾ ਜ਼ਰੂਰੀ ਹੈ, ਅਤ ਜ਼ਰੂਰੀ ਹੈ। ਉਸ ਤੋਂ ਬਿਨਾਂ ਅਸੀਂ ਟਪਲਾ ਖਾ ਜਾਾਂਗੇ, ਟਪਲਾ ਖਾ ਜਾਾਂਗੇ। ਦੂਸਰਾ ਸ਼ਬਦ ਅਸੀਂ ਗੁਰੂ ਅਰਜਨ ਪਾਤਸ਼ਾਹ ਦਾ ਲੈਂਦੇ ਹਾਂ, ਪੋਥੀ ਪੰਨਾ ਨੰਬਰ 674, ਧਨਾਸਿਰੀ ਮਹੱਲਾ ਪੰਜਵਾਂ। ਅਬ ਹਰ ਰੱਖਨਹਾਰ ਚਿਤਾਰਿਆ, ਪਤਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਵਿਦਾਰਿਆ। ਇਹ ਸ਼ਬਦ ਨੂੰ ਕੱਢਿਓ, ਆਪ ਖੋਜ ਕਰਿਓ ਇਹਦੀ। ਗੋਸ਼ਟ ਭਈ ਸਾਧ ਕੈ ਸੰਗਮ, ਕਾਮ ਕ੍ਰੋਧ ਲੋਭ ਮਾਰਿਆ। ਗੁਰੂ ਦੀ ਸੰਗਤ ਦੇ ਵਿੱਚ ਜਿਨ੍ਹਾਂ ਦਾ ਮੇਲ ਹੋ ਗਿਆ ਉਹਨਾਂ ਦੀ ਗੱਲ ਹੈ। ਗੋਸ਼ਟ ਕੀ ਕਹਿੰਦੇ ਆ? ਗੱਲਾਂ ਬਾਤਾਂ, ਡਿਸਕਸ਼ਨਸ, ਵਿਚਾਰਾਂ। ਕਿਹਦੇ ਨਾਲ? ਸ਼ਬਦ ਦੇ ਨਾਲ। ਕਿਉਂਕਿ ਸਾਹਮਣੇ ਤਾਂ ਕੋਈ ਹੈ ਹੀ ਨਹੀਂ, ਕਿਹਦੇ ਨਾਲ ਕੰਧਾਂ 'ਚ ਟੱਕਰਾਂ ਮਾਰਾਂਗੇ, ਕਿਹਦੇ ਨਾਲ ਗੱਲਾਂ ਕਰਾਂਗੇ? ਇਹ ਗਿਆਨ ਨੂੰ ਵਿਚਾਰਨਾ ਪੈਣਾ, ਸਮਝਣਾ ਪੈਣਾ। ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ। ਸਿਮਰੇ ਸਿਮਰੇ ਪੂਰਨ ਨਾਰਾਇਣ, ਉਸ ਇੱਕ ਪੂਰੇ ਨੂੰ, ਇੱਕ ਸਾਹਿਬ ਨੂੰ ਜਿਹੜੇ ਸਿਮਰਦੇ ਨੇ, ਜਿਹੜੇ ਜਪਦੇ ਨੇ, ਜਿਹੜੇ ਅਭਿਆਸੀ ਨੇ, ਉਹਨਾਂ ਦੇ ਸੰਗੀ ਸਾਥੀ ਵੀ ਐਸ ਸੰਸਾਰ ਸਮੁੰਦਰ ਸਾਗਰ ਤੋਂ ਤਰ ਜਾਂਦੇ ਨੇ। ਸੰਗੀ ਸਾਥੀ, ਸੰਗੀ ਸਾਥੀ ਸਗਲ ਤਰਾਈ ਇੱਕ ਵੱਖਰਾ ਵਿਸ਼ਾ ਹੈ। ਇਹ ਸਾਰੀਆਂ ਗੱਲਾਂ ਆਪਾਂ ਮੈਂ ਪਹਿਲਾਂ ਬੇਨਤੀ ਕਰਦਾ ਕਿ ਅਸੀਂ ਆਪਣੇ ਟੌਪਿਕ ਤੇ ਰਹਿਣਾ। ਇਹਦੇ ਬਾਣੀ ਦੇ ਵਿੱਚ ਸਾਰੀਆਂ ਗੱਲਾਂ ਆਉਣੀਆਂ ਨੇ, ਆਪਾਂ ਹੌਲੀ ਹੌਲੀ ਵਿਚਾਰਦੇ ਜਾਵਾਂਗੇ, ਪਰ ਇਹ ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ। ਮਨ ਨੂੰ ਸਮਝਾਉਣਾ ਪੈਣਾ, ਇਹਨਾਂ ਨੂੰ ਅਡਾਪਟ ਕਰੀ ਜਾਓ ਨਾਲ ਦੀ ਨਾਲ, ਜੇ ਚੰਗੀਆਂ ਲੱਗਦੀਆਂ, ਜੇ ਬਾਣੀ ਤੇ ਅਕੀਦਾ। ਅਦਰਵਾਈਜ਼ ਹਰੇਕ ਦੀ ਆਪੋ ਆਪਣੀ ਸੋਚ ਹੈ, ਆਪੋ ਆਪਣਾ ਭਰੋਸਾ, ਆਪੋ ਆਪਣਾ ਪ੍ਰੇਮ ਹੈ। ਉਸ ਹਿਸਾਬ ਨਾਲ ਮਿਹਨਤ ਕਰੀ ਜਾਓ। ਲੇਕਿਨ ਇੱਕ ਗੱਲ ਜਿਹੜੀ ਕਾਮਨ ਹੈ, ਉਹ ਨਾਮ ਅਭਿਆਸ ਦੀ ਹੈ, ਨਾਮ ਜਪਣ ਦੀ ਹੈ। ਉਹ ਕਰਨਾ ਹੀ ਪੈਣਾ। ਔਖਦ ਮੰਤਰ ਮੂਲ ਮਨ ਇੱਕ ਹੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਪਰਮਾਤਮਾ ਦਾ ਇੱਕ ਨਾਮ ਹੀ 100 ਦਵਾਈਆਂ ਦੀ ਦਵਾ ਹੈ, ਸਾਰੇ ਮੰਤਰਾਂ ਦਾ ਮੂਲ ਹੈ, ਸਾਰੇ ਮੰਤਰਾਂ ਦਾ ਬੇਸ ਹੈ। ਜਿੰਨੇ 8500 ਮੰਤਰ ਸਨਾਤਨੀ ਧਰਮ ਦੱਸਦਾ, ਸਭ ਦਾ ਇੱਕੋ ਇੱਕ ਮੰਤਰ ਹੈ, ਨਾਮ, ਜੋ ਸਾਨੂੰ ਦੀਖਿਆ ਦੇ ਵੇਲੇ ਦਿੱਤਾ ਜਾਂਦਾ ਹੈ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਬਹੁਤ ਨੇ, ਕੀਰਤਮ ਨਾਮ ਕਥੇ ਤੇਰੇ ਜਿਹਬਾ। ਨਾਮ ਬਹੁਤ ਨੇ, ਹਰੀ ਹਰੀ, ਗੋਬਿੰਦ ਗੋਬਿੰਦ, ਰਾਮ ਰਾਮ, ਰਿਸ਼ੀਕੇਸ਼ ਰਿਸ਼ੀਕੇਸ਼, ਨਾਰਾਇਣ, ਬਹੁਤ ਨਾਮ ਨੇ। ਪਰ ਸਾਨੂੰ ਜੋ ਸ਼ਬਦ ਮਿਲਿਆ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਚੋਂ, ਅਸੀਂ ਉਸ ਸ਼ਬਦ ਦਾ ਅਭਿਆਸ ਕਰਨਾ ਹੈ। ਔਖਦ ਮੰਤਰ ਮੂਲ ਮਨ ਇੱਕ ਹੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਚਰਨ ਰੇਨ ਬਾਂਛੈ ਨਿਤ ਨਾਦਕ, ਕਰਤਾ ਸਰੰਡਰ, ਕਰਤਾ ਸਰੰਡਰ ਹੋ ਗਏ ਨੀਵੇਂ। ਚਰਨ ਰੇਨ ਬਾਂਛੈ ਨਿਤ ਨਾਨਕ, ਪੁਨ ਹੈ ਬਲ ਹਾਰਿਆ। ਸ਼ਬਦ ਦਾ ਇਹ ਸ਼ਬਦ ਤਾਂ ਲੈ ਰਹੇ ਹਾਂ ਕਿਉਂਕਿ ਸ਼ਬਦ ਇੱਕੋ ਜਿਹੇ ਨੇ ਔਰ ਇੱਕ ਟੌਪਿਕ ਤੇ ਇਹਨਾਂ ਦੇ ਉੱਤੇ ਗੱਲ ਕੀਤੀ ਗਈ ਹੈ। ਮੂਲ ਮੰਤਰ ਚਰਨ ਰੇਨ ਬਾਂਛੈ ਨਿਤ ਨਾਨਕ, ਪੁਨ ਹੈ ਬਲ ਹਾਰਿਆ। ਤੀਸਰਾ ਸ਼ਬਦ, ਮੈਂ ਬੜੇ ਹਾਈ ਲੈਵਲ ਤੇ ਗੱਲ ਕਰਕੇ ਮੈਂ ਸ਼ਬਦ ਅਗਲਾ ਫੜ ਰਿਹਾ। ਇਹਨਾਂ ਸ਼ਬਦਾਂ ਦੀ ਵਿਚਾਰ ਆਪ ਜੀ ਨੇ ਵੀ ਕਰਨੀ ਹੈ। ਆਪਾਂ ਨੂੰ ਸੰਗਤ ਕਰਦਿਆਂ ਕਾਫੀ ਸਮਾਂ ਹੋ ਗਿਆ, ਮੈਂ ਬਾਰ-ਬਾਰ ਬੇਨਤੀ ਕਰ ਰਿਹਾ। ਸੋ ਇਹ ਆਪ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ। ਜਿਹੜੀ ਚੀਜ਼ ਨਹੀਂ
कोई समझ आ रही वो जरूर इत्थे डिस्कस करो, आपां ओनू खोलण दी कोशिश करांगे। हुण एक तीसरा आपां पूरा शब्द ते नहीं, शब्द बहुत वड्डा है। आपां मारू राग दे विच ਇਹ ਸ਼ਬਦ ਹੈ ਮਹੱਲੇ ਪਹਿਲੇ ਦਾ, ਪੋਥੀ ਪੰਨਾ ਨੰਬਰ 1040 1040। ਉਸ ਸ਼ਬਦ ਦੇ ਵਿੱਚ ਬਾਬਾ ਨਾਨਕ ਸਾਨੂੰ ਦੱਸ ਰਹੇ ਹੈ, ਸਾਫ਼ ਹੀ ਕਲੀਅਰ ਕਰਤਾ ਉਹਨਾਂ ਨੇ। ਸ਼ਬਦ ਦਾ ਪਦਾ ਨੰਬਰ 5 ਪੜ੍ਹਦੇ ਹਾਂ ਅਸੀਂ, ਸੱਚ ਬਿਨ ਸਤ ਸੰਤੋਖ ਨਾ ਪਾਵੈ। ਸੱਚ, ਚੱਚੇ ਨੂੰ ਔਂਕੜ, ਇੱਥੇ ਚੱਚੇ ਨੂੰ ਔਂਕੜ ਨਹੀਂ ਹੈ, ਇੱਥੇ ਨੰਨੇ ਨੂੰ ਔਂਕੜ ਆ ਗਿਆ, ਬਿਨ ਦੇ ਨੰਨੇ ਨੂੰ ਔਂਕੜ ਆ ਗਿਆ, ਲੇਕਿਨ ਇੱਥੇ ਮੀਨਿੰਗ ਜਿਹੜਾ ਹੈ ਉਹ ਚੱਚੇ ਨੂੰ ਔਂਕੜ ਵਾਲਾ ਹੀ ਆਏਗਾ। ਸੱਚ ਬਿਨ, ਸੱਚ ਦੀ ਗੱਲ ਕਰ ਰਹੇ ਆ, ਉਹੀ ਹੈ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦ ਗੁਰੇ ਨਮ ਹੈ, ਜੁਗਾਦ ਗੁਰੇ ਨਮ ਹੈ, ਸਤ ਗੁਰੇ ਨਮ ਹੈ, ਗੁਰਦੇਵ ਏ ਨਮ ਹੈ। ਇਹ ਉਹੀ ਸੱਚ ਹੈ, ਉਹੀ ਅਕਾਲ ਪੁਰਖ ਹੈ, ਜਿਹਦੀ ਹੋਂਦ ਸਦਾ ਸਦਾ ਵਾਸਤੇ ਕਾਇਮ ਹੈ, ਜਿਹੜਾ ਇੱਕ ਹੈ, ਜਿਹੜਾ ਧੁਨ ਰੂਪ ਹੈ, ਜਿਹੜਾ ਕਰਤਾ ਪੁਰਖ ਹੈ, ਜਿਹੜਾ ਜੂਨਾ ਚ ਨਹੀਂ ਆਉਂਦਾ, ਜਿਹੜਾ ਆਪਣੇ ਆਪ ਤੋਂ ਉਪਜਿਆ, ਉਹੀ ਸੱਚ ਹੈ। ਸੱਚ ਬਿਨ ਸਤ ਸੰਤੋਖ ਨਾ ਪਾਵੈ। ਉਸ ਅਕਾਲ ਪੁਰਖ ਦੇ ਸਾਨੂੰ ਤੇ, ਕਿਉਂਕਿ ਅਕਾਲ ਪੁਰਖ ਦਾ ਸਾਨੂੰ ਥੋੜਾ ਪਤਾ ਹੈ, ਇਦਾਂ ਲੈ ਲਓ, ਹੋਰ ਗੱਲ ਖੋਲਦੇ ਹਾਂ ਆਪਾਂ, ਸਾਨੂੰ ਨਹੀਂ ਪਤਾ ਉਹਦਾ ਕਿੱਥੇ ਹੈ, ਕਿੱਦਾਂ ਦਾ ਹੈ, ਬਾਣੀ ਦੱਸਦੀ ਹੈ ਨਾ ਸਾਨੂੰ। ਤੇ ਬਾਣੀ ਸਾਨੂੰ ਇੱਕ ਗੱਲ ਕਹਿੰਦੀ ਹੈ ਵੀ ਭਾਈ ਨਾਮ ਜਪਣਾ ਹੈ। ਸਾਡੇ ਲਈ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਮਹੱਲਾ ਚੌਥਾ ਸ਼ਬਦ ਨੇ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਹਰ ਪਾਦਰ ਮੁਕਤ ਜਨਾਵੈ ਗੋ। ਜਿਨੇ ਤੈਨੂੰ ਇਸ ਮੁਕਤੀ ਦਾ ਰਾਹ ਦੱਸਣਾ, ਉਹ ਅਕਾਲ ਪੁਰਖ ਨਾਲ ਵੀ ਮਿਲਾਏਗਾ। ਕਿਉਂਕਿ ਜਦੋਂ ਉਹ ਅਵਸਥਾ ਆ ਗਈ, ਜਦੋਂ ਉਹ ਗੁਣ ਅੰਦਰ ਪ੍ਰਗਟ ਹੋ ਗਏ, ਉਸ ਫ੍ਰੀਕੁਐਂਸੀ ਦੇ ਨਾਲ ਸਾਡੀ ਫ੍ਰੀਕੁਐਂਸੀ ਮੈਚ ਹੋ ਗਈ, ਮਿਲਣਾ ਸੰਭਵ ਹੈ, ਮਿਲਾਪ ਸੰਭਵ ਹੈ, ਮਿਲਾਪ ਨਿਸ਼ਚਿਤ ਹੈ। ਪਰ ਸੱਚ ਬਿਨ ਸਤ ਸੰਤੋਖ ਨਾ ਪਾਵੈ। ਉਸ ਅਕਾਲ ਪੁਰਖ ਤੋਂ ਬਿਨਾ ਇਹ ਸੱਤ ਦਾ, ਸੰਤੋਖ ਦਾ ਗੁਣ ਹਾਸਲ ਨਹੀਂ ਕੀਤਾ ਜਾ ਸਕਦਾ। ਬਿਨ ਗੁਰ ਮੁਕਤੇ ਨਾ, ਇੱਥੇ ਦੇਣਾ ਜੀ ਤੁਸੀਂ ਸਪੇਸ ਨਾ। ਇਹਨਾਂ ਨੇ ਬਿਲਕੁਲ ਆ ਜਿਹੜਾ ਦੇਖੋ ਰੈਡ ਸਾਈਨ ਦੇਖੋ, ਇਹਨਾਂ ਨੇ ਬਿਲਕੁਲ ਠੀਕ ਕੀਤਾ ਹੈ। ਪਹਿਲਾਂ ਗਲਤੀਆਂ ਸੀ, ਹੁਣ ਇਹ ਗਲਤੀਆਂ ਦਾ ਸੁਧਾਰ ਕਰ ਰਹੇ ਨੇ ਹੌਲੀ ਹੌਲੀ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋ ਰਹੀ ਹੈ। ਮੈਂ ਹੋਰ ਵੀ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਇਹਦੇ ਨਾਲ ਰਲਦੀਆਂ ਮਿਲਦੀਆਂ ਹੁਣੇ ਰੱਖਦਾ। ਦੇਖੋ ਬਿਨ ਗੁਰ ਮੁਕਤੇ ਨਾ, ਇਹਨੂੰ ਪਾਠੀ ਸਿੰਘ ਹਲੇ ਵੀ ਪਿੰਡੀ ਥਾਈ ਜਿਹੜੇ ਪਾਠੀ ਨੇ, ਜਿਹੜੇ ਮਤਲਬ ਜਿਹੜੇ ਐਜੂਕੇਸ਼ਨ ਹਾਸਲ ਨਹੀਂ ਕਰ ਸਕੇ, ਕੋਈ ਉਹਨਾਂ ਦੇ ਮਤਲਬ ਇੰਨੇ ਲਾਇਕ ਨਹੀਂ ਸੀ, ਉਹ ਐਜੂਕੇਸ਼ਨ ਹਾਸਲ ਨਹੀਂ ਕਰ ਸਕੇ ਤੇ ਉਹ ਪਾਠੀ ਬਣ ਗਏ। ਉਹ ਪਤਾ ਕਿੱਦਾਂ ਪੜ੍ਹਦੇ ਇਹਨੂੰ? ਉਹ ਪੜ੍ਹਦੇ ਬਿਨ ਗੁਰ ਮੁਕਤ ਨਾ ਆਵੇ ਜਾਵੇ। ਇਹੀ ਭੁਲੇਖੇ ਨੇ, ਇਹੀ ਐਜੂਕੇਸ਼ਨ ਹੈ। ਅਸੀਂ ਇਹ ਚੀਜ਼ ਨੂੰ ਸਮਝਣਾ ਹੈ। ਇੱਕ ਹੋਰ ਮੈਂ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਇੱਕ ਸੈਕਿੰਡ, ਇੱਥੇ ਮੈਂ ਇੱਥੇ ਰੁਕਦਾ। ਬਿਨ ਗੁਰ ਮੁਕਤੇ ਨਾ, ਹੁਣ ਇਹਨੂੰ ਨਿਸ਼ਚਿਤ ਕਰ ਲਓ, ਇਹਨੂੰ ਦ੍ਰਿੜ ਕਰ ਲਓ। ਬਿਨ ਗੁਰ ਮੁਕਤੇ ਨਾ, ਬਿਨਾਂ ਗੁਰੂ ਤੋਂ ਮੁਕਤੀ ਨਹੀਂ ਹੋ ਸਕਦੀ। ਆਵੇ ਜਾਵੇ, ਜੋਨਾਂ ਚ ਭਟਕਾਂਗੇ, ਉਹ ਗੁਣ ਅਕਾਲ ਦੇ ਹਾਸਲ ਨਹੀਂ ਕੀਤੇ ਜਾ ਸਕਦੇ। ਇੱਥੇ ਆਪਾਂ ਦੁਬਾਰਾ ਆਉਨੇ ਆ। ਇਸ ਤੋਂ ਪਹਿਲਾਂ ਅਸੀਂ ਸ਼ਬਦ ਕੱਢਦੇ ਹਾਂ, ਆ ਲਓ ਜੀ, ਆ ਲਓ ਸ਼ਬਦ। ਇਹ ਭੁਲੇਖੇ ਦੂਰ ਹੋਣਗੇ ਹੁਣੇ। ਆ ਦੇਖੋ, ਸ਼ਲੋਕ ਮਹੱਲਾ ਤੀਜਾ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਇਹ ਭੁਲੇਖਾ ਆਪਾਂ ਅੱਗੇ ਜਾ ਕੇ ਕੱਢਾਂਗੇ ਵੀ ਜਿੰਨਾ ਸਾਰਾ ਸੰਸਾਰ ਹੈ, ਹਰ ਇੱਕ ਜੀਵ ਸਤਿਗੁਰ ਦੇ ਦਰਸ਼ਨ ਕਰਦਾ ਹੈ। ਵੈਰੀ ਗੁੱਡ, ਵੈਰੀ ਨਾਈਸ, ਫਿਰ ਤੇ ਕੋਈ ਗੱਲ ਰਹਿ ਨਹੀਂ ਜਾਂਦੀ। ਅੱਛਾ ਜੀ, ਹੁਣ ਅੱਗੇ ਪੜੋ। ਹਾਂ, ਡਿਠੈ ਮੁਕਤੇ, ਇੱਥੇ ਆਊਗਾ ਇਹਦਾ ਸਟਾਪ। ਆ ਸਟਿਲ ਹਲੇ ਜਿਹੜਾ ਰੈਡ ਸਾਈਨ ਇਹਨਾਂ ਨੇ ਦਿੱਤਾ ਹੈ ਸਪੇਸ ਦਾ, ਇਹ ਸਟਿਲ ਹਲੇ ਰੋਂਗ ਹੈ ਬਾਣੀ ਦੇ ਅਕੋਰਡਿੰਗ। ਡਿਠੈ ਮੁਕਤ, ਪਰ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇੱਥੇ ਆਉਣਾ ਜੀ ਸਪੇਸ ਇਹਦਾ। ਮੈਂ ਪਿੱਛੇ ਵੀ ਇਹੀ ਗੱਲ, ਪਿੱਛੇ ਉਹਨਾਂ ਨੇ ਠੀਕ ਕਰ ਦਿੱਤਾ, ਠੀਕ ਹੋ ਗਿਆ। ਇੱਥੇ ਕਸਰ ਰਹਿ ਗਈ ਹੈ, ਪਰ ਇਹਨੂੰ ਪੜਨ ਦੇ ਲਈ
ਸਾਨੂੰ ਥੋੜਾ ਜਿਹਾ ਓਪਨ ਮਾਈਂਡਡ ਹੋਣਾ ਪਊ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ। ਡਿਠਣਾ ਹੁੰਦਾ ਅੰਦਰ। ਜਦੋਂ ਅੰਦਰ ਅਸੀਂ ਉਹਨੂੰ ਅਗਮ ਅਗੋਚਰ ਨੂੰ ਗੁਰਸ਼ਬਦੀ ਫੜ ਲਿਆ, ਅਸੀਂ ਤੀਸਰਾ ਪਦਾਰਥ ਹਾਸਲ ਕਰ ਚੁੱਕੇ ਹੋਵਾਂਗੇ। ਤੀਸਰਾ ਪਦਾਰਥ ਮੁਕਤੀ ਦਾ ਪਦਾਰਥ। ਪਰ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਨੋਟ ਕਰ ਲਓ ਜੀ ਤੁਕਾਂ, ਜਿਹੜੀ ਮੈਂ ਬੇਨਤੀ ਕਰਕੇ ਆਪ ਜੀ ਨੂੰ ਦੱਸ ਰਿਹਾ, ਸਪੇਸ ਕਿੱਥੇ ਆਉਣਾ। ਸੋ ਇਹਦੇ ਤੇ ਕਿਸੇ ਦਾ ਕੋਈ ਗੱਲ ਸਮਝ ਨਾ ਆ ਰਹੀ ਹੋਏ, ਅਸੀਂ ਸੇਵਾ ਕਰਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਦੱਸਣ ਦੀ। ਪਰ ਇੱਕ ਗੱਲ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਵੀ ਆਰ ਨਾਟ ਪਰਫੈਕਟ। ਅਸੀਂ ਕੋਈ 100% ਪਰਫੈਕਟ ਨਹੀਂ ਹੈਗੇ। ਆਪਾਂ ਸਾਰੇ ਇੱਕੋ ਕਿਸ਼ਤੀ ਦੇ ਸਵਾਰ ਹਾਂ। ਲੇਕਿਨ ਹੁਣ ਪੜ੍ਹੋ ਇਹਨੂੰ, ਡਿਠੈ ਮੁਕਤ। ਉਹ ਜਿਹਨੇ ਅੰਦਰ ਉਸ ਅਕਾਲ ਪੁਰਖ ਨੂੰ ਡਿੱਠ ਲਿਆ, ਦੇਖ ਲਿਆ, ਉਹ ਤੇ ਮੁਕਤ ਪਦਾਰਥ ਤੱਕ ਪਹੁੰਚ ਗਿਆ। ਪਰ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਉੱਥੋਂ ਤੱਕ ਨਹੀਂ ਪਹੁੰਚਿਆ ਜਾ ਸਕਦਾ ਜਦੋਂ ਤੱਕ ਸ਼ਬਦ ਦਾ ਅਭਿਆਸ ਨਹੀਂ ਹੈ। ਵਿਚਾਰ ਦਾ ਮਤਲਬ ਹੈ ਰਾਰੇ ਨੂੰ ਔਂਕੜ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਅਕਾਲ ਪੁਰਖ ਦਾ ਨਾਮ ਜਪਣਾ। ਡਿਠੈ ਮੁਕਤ, ਡਿਠੈ ਮੁਕਤ। ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਹੁਣ ਆਓ ਜੀ, ਆਪਣਾ ਜਿਹੜਾ ਸ਼ਬਦ ਸਾਡਾ ਚੱਲਦਾ ਪਿਆ ਸੀ, ਇਹ ਅਸੀਂ ਇੱਕ ਟੂਕ ਮਾਤਰ ਪ੍ਰਮਾਣ ਆਪ ਜੀ ਦੇ ਸਾਹਮਣੇ ਰੱਖਿਆ। ਹੁਣ ਆਓ ਸ਼ਬਦ ਇੱਥੇ ਹਾਂਜੀ, ਸੱਚ ਬਿਨ ਸਤ ਸੰਤੋਖ ਨਾ ਪਾਵੈ, ਬਿਨ ਗੁਰ ਮੁਕਤੇ ਨਾ। ਬੜੇ ਧਿਆਨ ਨਾਲ ਪੜ੍ਹਨੀ ਹੈ ਬਾਣੀ। ਕਾਲੀ ਕਾਲੀ ਪੜ੍ਹ ਦਿੰਦੇ ਆ। ਬਿਨ ਗੁਰ ਮੁਕਤ ਕਿੱਦਾਂ ਹੋ ਜੂ? ਨਾ ਆਵੇ ਜਾਵੇ ਕਿੱਦਾਂ ਹੋ ਜੂ? ਨਾ, ਬਿਨ ਗੁਰ ਮੁਕਤੇ ਨਾ ਆਵੇ ਜਾਵੇ। ਗੁਰੂ ਤੋਂ ਬਗੈਰ ਮੁਕਤੀ ਨਹੀਂ ਹੈ, ਜੂਨਾਂ ਚ ਫਸੇ ਰਹਾਂਗੇ। ਕਹਿੰਦੇ ਇਹਦਾ ਕੋਈ ਤਰੀਕਾ, ਕੋਈ ਮੰਤਰ ਮੁੰਤਰ ਦੱਸੋ ਮੈਨੂੰ, ਇੱਥੋਂ ਨਿਕਲਾਂ ਮੈਂ। ਕਹਿੰਦੇ ਮੂਲ ਮੰਤਰ ਹਰ ਨਾਮ ਰਸਾਇਣ। ਇਹ ਐਗਜ਼ਾਮਪਲਸ ਅਸੀਂ ਤਾਂ ਲਈਆਂ ਨੇ, ਪਿਛਲੇ 2 ਸ਼ਬਦਾਂ ਚ ਔਖਦ ਦਾ ਜ਼ਿਕਰ ਆਇਆ, ਜਿਹਨੂੰ ਅਸੀਂ ਦਵਾਈ ਕਿਹਾ। ਰਸਾਇਣ ਦਾ ਮਤਲਬ ਵੀ ਦਵਾਈ ਹੈ। 100 ਦਵਾਵਾਂ ਦੀ ਇੱਕ ਦਵਾ। ਮੂਲ ਮੰਤਰ ਹਰ ਨਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਸਾਇਣ ਕਹੋ ਨਾਨਕ ਪੂਰਾ ਪਾਇਆ। ਉਹ ਅਕਾਲ ਪੁਰਖ ਨੂੰ ਅੰਦਰ ਹੀ ਪ੍ਰਗਟ ਕਰ ਲਾਂਗੇ, ਪੂਰੇ ਨੂੰ ਅੰਦਰ ਹੀ ਪ੍ਰਗਟ ਕਰ ਲਾਂਗੇ। ਮਨ ਏਕੋ ਸਾਹਿਬ ਭਾਈ ਰੇ, ਮਨ ਏਕੋ ਸਾਹਿਬ ਭਾਈ ਰੇ। ਤੇਰੇ 3 ਗੁਣਾ ਸੰਸਾਰ ਸਮਾਵਹਿ, ਅਲਖ ਨਾ ਲਖਣਾ ਜਾਈ ਰੇ। ਹੁਣ ਮੰਤਰ ਦ੍ਰਿੜਾਏ ਹਰ ਔਖਦ ਗੁਰ ਦਿਓ, ਤੋ ਮਿਲਿਓ ਸਗਲ ਪ੍ਰਬੀਨਾ। ਹੁਣ ਇਹ ਮੰਤਰ ਜਿਹੜਾ ਹੈ, ਇਹ ਸਾਨੂੰ ਮਿਲਣਾ ਕਿੱਥੋਂ ਹੈ? ਮੰਤਰ ਦ੍ਰਿੜਾਏ ਹਰ ਔਖਦ ਗੁਰ ਦਿਓ, ਤੋ ਮਿਲਿਓ ਸਗਲ ਪ੍ਰਬੀਨਾ। ਕਾਮ ਕ੍ਰੋਧ ਲੋਭ ਮਦ ਮਤਸਰ, ਇਹ ਅਰਪ ਸਗਲ ਦਾਨ ਕੀਨਾ। ਇਹਦਾ ਰਹਾਉ ਕੀ ਹੈ ਜੀ? ਅਬ ਮੇਰੋ ਠਾकुर ਸਿਉ ਮਨ ਲੀਨਾ, ਮਨ ਏਕੋ ਸਾਹਿਬ ਭਾਈ ਰੇ। ਜਦੋਂ ਸਾਹਿਬ ਅੰਦਰ ਆ ਗਿਆ, ਸਾਹਿਬ ਦੀਆਂ ਵਿਸ਼ੇਸ਼ਤਾਈਆਂ ਵੀ ਅੰਦਰ ਆਉਣਗੀਆਂ। ਧੁਨ ਦੇ ਨਾਲ ਮੇਲ ਹੋਏਗਾ, ਅਵਸਥਾ ਬਣੇਗੀ ਜਿਹੜੀ ਸਦਾ ਕਾਇਮ ਰਹਿਣੀ, ਕਿਉਂਕਿ ਅਕਾਲ ਪੁਰਖ ਸਦਾ ਕਾਇਮ ਹੈ। ਸੱਤੇ ਨਾਮ ਹਮੇਸ਼ਾ ਹਮੇਸ਼ਾ ਵਾਸਤੇ ਕਾਇਮ ਹੈ। ਉਹਦੀ ਹੋਂਦ ਹਮੇਸ਼ਾ ਹਮੇਸ਼ਾ ਵਾਸਤੇ ਪ੍ਰਗਟ ਰਹੇਗੀ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਉਹ ਗੁਣ ਫਿਰ ਸਾਡੇ ਅੰਦਰ ਵੀ ਆ ਸਕਦੇ ਆ। ਪ੍ਰਾਨ ਦਾਨ ਗੁਰੇ ਪੂਰੇ ਦੀਆ, ਉਰਜਿਓ ਜਿਉ ਜਲ ਮੀਨਾ। ਇਹ ਬਖਸ਼ਿਸ਼ ਜਿਹੜੀ ਹੈ, ਆਤਮਿਕ ਜੀਵਨ ਦੀ ਅਵਸਥਾ ਜਿਹੜੀ ਹੈ, ਸੱਤੇ ਦੀ ਜਿਹੜੀ ਸੱਤੇ ਨਾਮ ਦੀ ਜਿਹੜੀ ਅਵਸਥਾ ਹੈ, ਇਹ ਅਕਾਲ ਪੁਰਖ ਨੇ ਗੁਰਪ੍ਰਸਾਦ ਕੀਤਾ ਮੇਰੇ ਤੇ।
ਔਰ ਮੈਨੂੰ ਉਸ ਅਕਾਲ ਪੁਰਖ ਦੇ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਦੇ ਨਾਲ ਜੁੜੀ ਹੋਈ ਹੈ। ਮੱਛੀ ਨੂੰ ਪਾਣੀ ਚੋਂ ਕੱਢ ਲਓ, ਤੜਫ ਤੜਫ ਕੇ ਮਰ ਜਾਏਗੀ। ਸਾਡੀ ਅਵਸਥਾ ਏਦਾਂ ਦੀ ਆਈ ਹੈ, ਆਈ ਹੈ ਅਵਸਥਾ ਜੀ। ਨਿਤਨੇਮ ਵੀ ਪੂਰਾ ਅਸੀਂ ਕਰਦੇ ਹਾਂ ਜੀ, ਭਰੋਸੇ ਦੇ ਨਾਲ, ਪਿਆਰ ਦੇ ਨਾਲ। ਕਈ 7 ਬਾਣੀਆਂ ਦਾ ਨਿਤਨੇਮ ਕਰਦੇ ਆ, ਕਈ 9 ਬਾਣੀਆਂ ਦਾ ਨਿਤਨੇਮ ਕਰਦੇ ਆ। ਆਈ ਹੈ ਜੀ ਅਵਸਥਾ। ਇਹ ਨਾਮ ਤੋਂ ਬਿਨਾਂ ਨਹੀਂ ਆਏਗੀ, ਨਾਮ ਅਭਿਆਸ ਤੋਂ ਬਿਨਾਂ ਨਹੀਂ ਆਏਗੀ। ਨਾਮ ਤੋਂ ਬਿਨਾਂ ਅਵਸਥਾ ਨਹੀਂ ਆਏਗੀ। ਸਮਝੇ ਸੂਝੇ पढ़ पढ़ बूझे। ये पोथी परमेश्वर का थान साडे वास्ते नसीहतनामा है, साडे वास्ते इंस्ट्रक्शंस ने, साडी जीवन सेध है, साडी जीवन जाच है, साडे जीवन दा मार्ग है। इस तरह सानू जीवन जीवना पएगा। इस तरह जीवन जीवना पएगा। 3 ਫੁੱਟੀ ਗੋਲਡਨ ਦੀ ਸ੍ਰੀ ਸਾਹਿਬ ਫੜ ਕੇ, ਚਿੱਟਾ ਲਿਬਾਸ ਪਾ ਕੇ, ਨੀਲੀ ਪੱਗ ਬੰਨ ਕੇ, ਹਜੂਰੀਆ ਪਾ ਕੇ, ਮੁਬਾਰਕ ਹੈ ਸਾਰਾ ਕੁਝ। ਅਸੀਂ ਕਿਸੇ ਚੀਜ਼ ਨੂੰ ਨਿੰਦਦੇ ਨਹੀਂ ਆ, ਪਰ ਇਹ ਅਵਸਥਾ ਦੇ ਮਾਲਕ ਅਸੀਂ ਬਣ ਜਾਾਂਗੇ। ਹਾਂ, ਅਸੀਂ ਸਮਝਣ ਜ਼ਰੂਰ ਲੱਗ ਜਾਵਾਂਗੇ ਆਪਣੇ ਆਪ ਨੂੰ। ਆਪਣੇ ਆਪ ਨੂੰ ਸੰਤ ਕਹਾਉਣਾ ਸ਼ੁਰੂ ਕਰ ਦਾਂਗੇ, ਜਥੇਦਾਰ ਕਹਾਉਣਾ ਸ਼ੁਰੂ ਕਰ ਦਾਂਗੇ। ਇਹ ਇੱਕ ਸਿਸਟਮ ਹੈ, ਵੱਖਰਾ ਸਿਸਟਮ ਹੈ। ਸਭ ਇਹ ਕੀ ਰੀਜ਼ਨ ਹੈ? ਕੀ ਰੀਜ਼ਨ ਹੈ? ਕਿਸੇ ਨੇ ਸੋਚਿਆ ਅੱਜ ਤੱਕ ਕਿ ਅਰਦਾਸ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਜੀ? ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ, ਔਰ ਉੱਥੇ ਹੀ ਕਿਉਂ ਪੁਜਾਰੀਆਂ ਦਾ ਹੈੱਡ ਆਫਿਸ ਹੈ? ਜਦੋਂ ਕਿ ਸਭ ਤੋਂ ਪ੍ਰਮੁੱਖ ਸਾਡਾ ਜਿਹੜਾ ਸਥਾਨ, ਮੈਂ ਵੈਸੇ ਗੱਲ ਕਰ ਰਿਹਾ ਇਨ ਜਨਰਲ, ਆਊਟ ਆਫ ਬ੍ਰਹਮ ਗਿਆਨ, ਸਭ ਤੋਂ ਵੱਡਾ ਸਥਾਨ ਜਿਹੜਾ ਹੈ ਉਹ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਆ, ਫਤਿਹਗੜ੍ਹ ਸਾਹਿਬ, ਉਹ ਨਹੀਂ ਬਣਦਾ ਸੀ? ਸਾਰੀ ਦੁਨੀਆ ਨੂੰ ਪਤਾ ਲੱਗਦਾ ਵੀ ਇਹ ਸਥਾਨ ਕਿਉਂ ਹੈ, ਕਿਉਂ ਸਾਡਾ ਇੱਥੇ ਹੈੱਡ ਆਫਿਸ ਹੈ। ਸਾਰੀ ਦੁਨੀਆ 'ਚ ਅਸੀਂ ਪ੍ਰਚਾਰ ਕਰਦੇ ਵੀ ਆ। ਸਾਡਾ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ 6 ਸਾਲ ਦਾ ਬੇਟਾ ਔਰ ਇੱਕ 9 ਸਾਲ ਦਾ ਨੀਹਾਂ 'ਚ ਇਹਨਾਂ ਨੇ ਚਿਣ ਕੇ ਮਾਰ ਦਿੱਤੇ, ਸ਼ਹੀਦ ਕਰ ਦਿੱਤੇ। ਔਰ ਨੀਹਾਂ ਵੀ ਉਹਨਾਂ ਨੂੰ ਸ਼ਹੀਦ ਨਹੀਂ ਕਰ ਸਕੀਆਂ, ਉਹਨਾਂ ਨੂੰ ਜ਼ਿਬਾਹ ਕੀਤਾ ਗਿਆ, ਉਹਨਾਂ ਦਾ ਕਤਲ ਕੀਤਾ ਗਿਆ। ਕਿਉਂ? ਕਿਉਂਕਿ ਉੱਥੇ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ, ਲੇਕਿਨ ਗੱਲ ਬਾਹਰ ਆ ਰਹੀ ਹੈ। ਮੈਂ ਚੰਗਾ ਕਰੂੰ ਜੇ ਮੈਂ ਇਹਨੂੰ ਕੱਢਦਾ। ਉੱਥੇ ਸੋਨਾ ਜੋ ਸੀ, ਉਹ ਬਿਲਡਿੰਗ ਸੋਨੇ ਨਾਲ ਭਰਪੂਰ ਸੀ। ਉਹਦੀ ਰੱਖਿਆ ਵਾਸਤੇ, ਉਹਨੂੰ ਸਾਂਭਣ ਵਾਸਤੇ ਅੱਜ ਤੱਕ ਸੰਭਾਲੀ ਬੈਠੇ ਹੈ। ਕੌਮ ਸਾਡੀ ਰੁਲ ਗਈ, ਕੱਖ ਸਾਡੇ ਪੱਲੇ ਨਹੀਂ ਰਿਹਾ। ਨਾ ਅਸੀਂ ਬਾਣੀ ਦੇ ਭਰੋਸੇ ਤੇ ਆਏ, ਨਾ ਬਾਣੀ ਨਾਲ ਪ੍ਰੇਮ ਪਿਆ, ਨਾ ਅਸੀਂ ਬਾਣੀ ਨੂੰ ਸਮਝ ਸਕੀਏ। ਐਸਾ ਜੱਫਾ ਧੱਫਾ ਮਾਰ ਕੇ ਪੁਜਾਰੀ ਟੋਲਾ ਬੈਠ ਗਿਆ, ਸਾਨੂੰ ਸਮਝਣ ਹੀ ਨਹੀਂ ਦਿੱਤਾ। ਹਰ ਗੁਰਸਿੱਖ ਗੁਰਬਾਣੀ ਦੀਆਂ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਆਪਣੇ ਘਰ ਰੱਖੋ ਔਰ ਆਪ ਪੜ੍ਹੋ, ਸਮਝੋ, ਬੁੱਝੋ, ਔਰ ਜੋ ਜਿੰਨਾ ਸਮਝ ਆਉਂਦਾ ਉਹਨਾਂ ਕਰੀ ਜਾਓ। ਜਿੰਨਾ ਸਮਝ ਆਉਂਦਾ ਉਹਨਾਂ ਕਰੀ ਜਾਓ। ਸਮਾਂ ਥੋੜਾ ਜਿਹਾ ਉੱਤੇ ਹੋ ਗਿਆ, ਅੱਜ ਵਿਚਾਰ ਕਰਦੇ ਹਾਂ। ਮੈਂ ਇੱਥੇ ਖਿਮਾ ਮੰਗਦਾ, ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਮੇਰਾ ਖਿਆਲ ਹੈ ਕਿ ਹੁਣ ਕੋਈ ਭੁਲੇਖਾ ਰਹਿ ਨਹੀਂ ਜਾਣਾ ਚਾਹੀਦਾ। ਆਪਾਂ ਬਾਣੀ ਨੂੰ ਬਾਣੀ ਦੇ ਨਾਲ ਖੋਲਿਆ, ਬਾਣੀ ਨੂੰ ਬਾਣੀ ਦੇ ਨਾਲ ਆਪਾਂ ਐਕਸਪਲੇਨ ਕਰ ਲਿਆ। ਬਿਲਕੁਲ ਸਲੋ ਪ੍ਰੋਸੈਸ, ਸਲੋ ਪੇਸ ਦੇ ਵਿੱਚ ਆਪਾਂ ਚੱਲਾਂਗੇ। ਇੱਕ ਇੱਕ ਚੀਜ਼ ਨੂੰ, ਇੱਕ ਇੱਕ ਅੱਖਰ ਨੂੰ ਖੋਲਦੇ ਜਾਵਾਂਗੇ, ਸਮਝਦੇ ਜਾਵਾਂਗੇ ਸ਼ਬਦਾਂ ਦੇ ਨਾਲ, ਸ਼ਬਦਾਂ ਦਾ ਪ੍ਰਮਾਣ ਲੈ ਕੇ। ਇੱਥੇ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ।